वाहिगुरू जी का खालसा वाहिगुरू जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ मेरे ਮਨਿੰਦਰ ਕੌਰ ਵੱਲੋਂ प्यार भरी सत श्री अकाल। किताब डॉक्टर अंबेडकर सिख क्यों ना बन सके, दोषी कौन, भाग 5वां, पन्ना नंबर 106। दखण विच दलित जातियां दी हिंदू धर्म के खिलाफ बगावत। हवाला मास्टर तारा सिंह, जीवन संघर्ष ते उद्देश, संपादक जसवंत सिंह, अमृतसर, अक्तूबर 1972, अध्याय 16, पन्ना 173 तो 188। ਅਸੀਂ ਮਹਾਤਮਾ ਗਾਂਧੀ ਜੀ ਦੀ ਕੀਤੀ ਇੱਕ ਹੋਰ ਗਲਤੀ ਦਾ ਜ਼ਿਕਰ ਕਰਦੇ ਹਾਂ ਅਤੇ ਉਹ ਹੈ ਦਲਿਤ ਜਾਤੀ ਦੇ ਲੋਕਾਂ ਨੂੰ ਸਿੱਖ ਧਰਮ ਵਿੱਚ ਸ਼ਾਮਲ ਹੋਣ ਤੋਂ ਰੋਕਣਾ, ਜਿਸ ਦਾ ਨਤੀਜਾ ਦੱਖਣ ਵਿੱਚ ਮੌਜੂਦਾ ਦਰਿਆਵੜ ਕਾਜ਼ਗਾਮ ਲਹਿਰ ਹੈ। ਦਰਿਆਵੜ ਕਾਜ਼ਗਾਮ ਦੀ ਲਹਿਰ ਹਿੰਦੂ ਧਰਮ ਦੇ ਖਿਲਾਫ ਨਫ਼ਰਤ ਤੇ ਗੁੱਸੇ ਦੀ ਅੱਗ ਪ੍ਰਚੰਡ ਕਰਕੇ ਦੇਸ਼ ਵਾਸਤੇ ਸਖਤ ਖਤਰਨਾਕ ਹੋ ਰਹੀ ਹੈ। ਹੁਣ ਅਸੀਂ ਇਸ ਦਾ ਵਿਸਥਾਰ ਦਿੰਦੇ ਹਾਂ। ਦੱਖਣ ਵਿੱਚ ਛੂਤ ਛਾਤ ਬਹੁਤ ਬੁਰੀ ਸ਼ਕਲ ਵਿੱਚ ਸੀ। ਨੀਚ ਆਖੀਆਂ ਜਾਂਦੀਆਂ ਜਾਤੀਆਂ ਨੂੰ ਸੜਕਾਂ ਉੱਤੇ ਟੁਰਨ ਦੀ ਮਨਾਹੀ ਸੀ ਅਤੇ ਕਈਆਂ ਨੂੰ ਦਿਨ ਵੇਲੇ ਘਰਾਂ ਤੋਂ ਬਾਹਰ ਨਿਕਲਣ ਦੀ ਵੀ ਖੁੱਲ੍ਹ ਨਹੀਂ ਸੀ ਅਤੇ ਉੱਚ ਜਾਤਾਂ ਵਾਲੇ ਲੋਕ ਉਹਨਾਂ ਦੇ ਪਰਛਾਵੇਂ ਤੋਂ ਵੀ ਭਿੱਟ ਮੰਨਦੇ ਸਨ। ਨੀਚ ਆਖੀਆਂ ਜਾਂਦੀਆਂ ਕੌਮਾਂ ਦਲਿਤ ਜਾਤੀਆਂ ਦੇ ਲੋਕਾਂ ਨੇ ਸੱਤਿਆਗ੍ਰਹਿ ਸ਼ੁਰੂ ਕੀਤਾ। ਉਹ ਸੜਕਾਂ ਉੱਤੇ ਜਲੂਸ ਕੱਢਣ ਦਾ ਯਤਨ ਕਰਦੇ ਸਨ ਅਤੇ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਸੀ। ਇਹ ਸੱਤਿਆਗ੍ਰਹਿ ਦੇਰ ਤੱਕ ਹੁੰਦਾ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹਨਾਂ ਸੱਤਿਆਗ੍ਰਹੀਆਂ ਦੀ ਮਦਦ ਕੀਤੀ ਸੀ। ਸੱਤਿਆਗ੍ਰਹੀਆਂ ਦੀ ਮਦਦ ਕਰਨ ਲਈ 24 ਮਾਰਚ 1924 ਨੂੰ ਅੰਮ੍ਰਿਤਸਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 12 ਅਕਾਲੀ ਸਿੰਘਾਂ ਦਾ ਜਥਾ ਭੇਜਿਆ ਸੀ। ਇਹ ਅਕਾਲੀ ਸਿੰਘਾਂ ਦਾ ਜਥਾ 29 ਮਾਰਚ ਨੂੰ ਮਦਰਾਸ ਪੁੱਜਿਆ ਅਤੇ ਉੱਥੋਂ ਵੇਕਸ ਗਿਆ, ਜਿੱਥੇ ਸੱਤਿਆਗ੍ਰਹਿ ਹੋ ਰਿਹਾ ਸੀ ਅਤੇ ਉੱਥੇ ਕਈ ਮਹੀਨੇ ਸੱਤਿਆਗ੍ਰਹਿ ਵਾਸਤੇ ਮੁਫਤ ਲੰਗਰ ਜਾਰੀ ਰੱਖਿਆ। ਇਸ ਤਰ੍ਹਾਂ ਅਖੌਤੀ ਨੀਚ ਜਾਤੀ ਦੇ ਲੋਕਾਂ ਵਿੱਚ ਜਾਗਰਤੀ ਆਉਣੀ ਸ਼ੁਰੂ ਹੋਈ ਅਤੇ ਉਹਨਾਂ ਦੇ ਅੰਦਰ ਹਿੰਦੂ ਧਰਮ ਦੇ ਖਿਲਾਫ ਗੁੱਸਾ ਵੱਧਦਾ ਗਿਆ। ਆਖਰ 10-12 ਸਾਲਾਂ ਦੀ ਐਜੀਟੇਸ਼ਨ ਮਗਰੋਂ ਇਹਨਾਂ ਦਲਿਤ ਜਾਤੀਆਂ ਦੇ ਮੁਖੀਆਂ ਨੇ ਐਲਾਨ ਕੀਤਾ ਕਿ ਉਹ ਹਿੰਦੂ ਧਰਮ ਛੱਡ ਦੇਣਗੇ ਅਤੇ ਕਿਸੇ ਹੋਰ ਮਜ਼ਹਬ ਵਿੱਚ ਸ਼ਾਮਲ ਹੋ ਜਾਣਗੇ। ਉਹਨਾਂ ਵੱਲੋਂ 1936 ਵਿੱਚ ਸੱਦਾ ਮਿਲਣ 'ਤੇ ਮਾਸਟਰ ਤਾਰਾ ਸਿੰਘ ਜੀ ਉੱਥੇ ਗਏ ਅਤੇ ਅਖੌਤੀ ਨੀਚ ਜਾਤੀਆਂ ਦੀ ਕਾਨਫਰੰਸ ਹੋਈ। ਮਾਸਟਰ ਜੀ ਨੇ ਉਸ ਕਾਨਫਰੰਸ ਦੀ ਪ੍ਰਧਾਨਗੀ ਕੀਤੀ ਅਤੇ ਉੱਥੇ ਮਾਸਟਰ ਜੀ ਨੇ ਜੋ ਪ੍ਰਧਾਨਗੀ ਭਾਸ਼ਣ ਦਿੱਤਾ ਉਸ ਵਿੱਚ ਜੋ ਆਖਿਆ ਉਸ ਦਾ ਸੰਖੇਪ ਹੇਠਾਂ ਦਿੰਦੇ ਹਾਂ। ਮਾਸਟਰ ਤਾਰਾ ਸਿੰਘ ਜੀ ਦੀ ਤਕਰੀਰ, ਮਈ 1936। ਜੋ ਕੁਝ ਮੈਂ ਵੇਖਿਆ ਤੇ ਸੁਣਿਆ ਹੈ ਉਸ ਦੀ ਬਿਨਾਂ ਤੇ ਮੈਂ ਇਹ ਕਹਿ ਸਕਦਾ ਹਾਂ ਕਿ ਇੱਥੋਂ ਦੀ ਹਾਲਤ ਨਾਜ਼ੁਕ ਹੈ। ਦਲਿਤ ਜਾਤੀਆਂ ਦੇ ਲੋਕ ਅਤੇ ਖਾਸ ਕਰ ਅਛੂਆ ਕੌਮ ਵਿੱਚ ਜਾਗਰਤੀ ਪੈਦਾ ਹੋ ਗਈ ਹੈ ਅਤੇ ਮੈਂ ਉਹਨਾਂ ਵਿੱਚੋਂ ਕਈਆਂ ਨੂੰ ਮਿਲਿਆ ਹਾਂ ਜਿਨ੍ਹਾਂ ਦੇ ਦਿਲਾਂ ਵਿੱਚ ਤਾਂ ਬਦਲਾ ਲੈਣ ਦਾ ਖਿਆਲ ਪੈਦਾ ਹੋ ਗਿਆ ਹੈ। ਤੁਹਾਡੇ ਇੱਕ ਦਿਆਨਤਦਾਰ ਤੇ ਸੱਚੇ ਆਗੂ ਨੇ ਇੱਕ ਦਿਨ ਮੈਨੂੰ ਕਿਹਾ ਕਿ ਉਹ ਕਿਸੇ ਹੋਰ ਧਰਮ ਵਿੱਚ ਕੇਵਲ ਇਸ ਲਈ ਜਾਣਾ ਚਾਹੁੰਦੇ ਹਨ ਕਿ ਉਹ ਨੀਚ ਤੇ ਹੰਕਾਰੀ ਉੱਚ ਜਾਤੀਆਂ ਤੋਂ ਬਦਲਾ ਲੈ ਸਕਣ। ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਇਸ ਦੇ ਜ਼ਿੰਮੇਵਾਰ ਉਹ ਹਨ ਜਿਨ੍ਹਾਂ ਨੇ ਅਜਿਹੀ ਮਾਨਸਿਕ ਅਵਸਥਾ ਨੂੰ ਪੈਦਾ ਕੀਤਾ। ਯਕੀਨੀ ਤੌਰ ਤੇ ਇਸ ਮਾਨਸਿਕ ਅਵਸਥਾ ਦਾ ਆਦਮੀ ਖੁਦ ਗਰਜ਼ ਨਹੀਂ, ਪਰ ਉਸ ਦੇ ਅੰਦਰ ਜੋ ਘਿਰਣਾ ਦੀ ਅੱਗ ਪ੍ਰਚੰਡ ਹੈ ਉਹ ਉਸ ਨੂੰ ਤੇ ਮੇਲ ਰੱਖਣ ਵਾਲਿਆਂ ਨੂੰ ਸਾੜ ਦੇਵੇਗੀ ਅਤੇ ਇਸ ਤਰ੍ਹਾਂ ਉਹ ਆਪਣੇ ਆਪ ਨੂੰ ਤੇ ਨਜ਼ਦੀਕੀਆਂ ਦਾ ਬਹੁਤ ਨੁਕਸਾਨ ਕਰਦਾ ਹੈ। ਖੁਦ ਗਰਜ਼ ਨਾਲੋਂ ਵੀ ਵੱਧ ਕੇ ਹਾਨੀਕਾਰਕ ਹੁੰਦਾ ਹੈ। ਉਹ ਘਿਰਣਾ ਜੋ ਬਦਲੇ ਦੀ ਹੱਦ ਤੱਕ ਪੁੱਜ ਜਾਵੇ ਉਸ ਦੀ ਧਰਮ ਵਿੱਚ ਕੋਈ ਥਾਂ ਨਹੀਂ ਅਤੇ ਨਾ ਹੀ ਸਿਆਣਪ ਹੈ। ਇੱਕ ਥੀਆ ਲੀਡਰ ਨੇ ਮੈਨੂੰ ਕਿਹਾ, ਅੱਜ ਸਾਡੀ ਹਾਲਤ ਐਨ ਉਹ ਹੈ ਜੋ ਸਿੱਖਾਂ ਦੀ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਪੰਜਾਬ ਵਿੱਚ ਸੀ। ਲੋਕਾਂ ਵਿੱਚ ਜਾਗਰਤੀ ਪੈਦਾ ਕਰਨ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਕੰਮ ਸ਼੍ਰੀ ਨਾਰਾਇਣ ਗੁਰੂ ਜੀ ਨੇ ਕੀਤਾ ਅਤੇ ਇਸ ਵੇਲੇ ਸਾਨੂੰ ਉਸ ਆਦਮੀ ਦੀ ਲੋੜ ਹੈ ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਕੰਮ ਕਰ ਰਿਹਾ। ਮੈਂ ਉੱਤਰ ਦਿੱਤਾ, ਯਕੀਨਨ ਤੁਹਾਨੂੰ ਕੋਈ ਲੀਡਰ ਮਿਲੇਗਾ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਕੰਮ ਕਰੇ, ਬਸ਼ਰਤ ਕਿ ਤੁਹਾਡੇ ਵਿੱਚ 5 ਆਦਮੀ ਦੁਖੀ ਦੀਨਾਂ ਲਈ ਆਪਣੇ ਸੀਸ ਭੇਟ ਕਰਨ ਲਈ ਤਿਆਰ ਹੋ ਜਾਣ, ਜਿਸ ਤਰ੍ਹਾਂ 5 ਸਿੱਖਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੀਸ ਭੇਟ ਕੀਤੇ ਸਨ। ਇਹ ਮੇਰਾ ਖਿਆਲ ਪੱਕਾ ਹੈ ਕਿ ਨਿਸ਼ਕਾਮ ਕੁਰਬਾਨੀ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ। ਜੋ ਤੁਸੀਂ ਆਪਣੀ ਕੌਮ ਨੂੰ ਉਠਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਨਿਰਮਾਣ ਹੋਣਾ ਪਵੇਗਾ। ਜੋ ਤੁਸੀਂ ਆਪਣੀ ਕੌਮ ਲਈ ਉੱਚਾ ਜੀਵਨ ਚਾਹੁੰਦੇ ਹੋ ਤੁਹਾਨੂੰ ਇਸ ਅਦੋਗਤੀ ਦੇ ਜੀਵਨ ਨੂੰ ਤਿਆਗਣਾ ਪਵੇਗਾ। ਮੈਂ ਤੁਹਾਨੂੰ ਆਪਣਾ ਧਰਮ ਪੇਸ਼ ਕਰਨ ਲਈ ਆਇਆ ਹਾਂ, ਪਰ ਮੇਰਾ ਇਸ ਵਿੱਚ ਕੋਈ ਸਵਾਰਥ ਕੰਮ ਨਹੀਂ ਕਰ ਰਿਹਾ। ਕੇਵਲ ਇਹ ਸਿੱਖ ਦਾ ਫਰਜ਼ ਹੈ ਕਿ ਉਹ ਦੀਨ ਦੁਖੀ ਤੇ ਲੋੜਵੰਦ ਦੀ ਸਹਾਇਤਾ ਕਰੇ। ਸਿੱਖ ਆਪਣੀ ਸੇਵਾ ਤੁਹਾਡੇ ਅਰਪਣ ਕਰਦੇ ਹਨ।
ਜੇ ਤੁਸੀਂ ਸਿੱਖ ਮਤ ਕਬੂਲ ਕਰੋ ਤਾਂ ਸਾਨੂੰ ਇਸ ਤਸੱਲੀ ਤੋਂ ਛੁੱਟ ਹੋਰ ਕਿਸੇ ਲਾਭ ਦੀ ਲੋੜ ਨਹੀਂ ਕਿ ਅਸੀਂ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਝੰਡੇ ਨੂੰ ਹਿੰਦੁਸਤਾਨ ਦੇ ਦੁਰੇਡੇ ਹਿੱਸੇ ਵਿੱਚ ਝੁਲਾ ਸਕਦੇ ਹਾਂ। ਜੇ ਤੁਸੀਂ ਸਿੱਖੀ ਧਾਰਨ ਕਰ ਲਵੋ ਤਾਂ ਅਸੀਂ ਤੁਹਾਡੀ ਗੁਲਾਮੀ ਦੂਰ ਕਰਨ ਲਈ ਸਾਰਾ ਯਤਨ ਕਰਾਂਗੇ। ਜੋ ਤੁਸੀਂ ਸਿੱਖ ਮਤ ਧਾਰਨ ਨਾ ਵੀ ਕਰੋ ਤਾਂ ਵੀ ਤੁਹਾਡੀ ਸੇਵਾ ਅਸੀਂ ਕਰਾਂਗੇ। ਜੋ ਵੀ ਸੇਵਾ ਅਸੀਂ ਹਾਲਾਤ ਮੁਤਾਬਕ ਤੇ ਸ਼ਕਤੀ ਅਨੁਸਾਰ ਤੁਹਾਡੀ ਕਰ ਸਕੇ, ਜਿਹਾ ਕਿ ਅਸਾਂ ਵੇਕਮ ਸੱਤਿਆਗ੍ਰਹਿ ਸਮੇਂ ਕੀਤਾ ਸੀ। ਜੇ ਤੁਸੀਂ ਸਿੱਖ ਗੁਰਦੁਆਰੇ ਜਾਓ ਤਾਂ ਤੁਸੀਂ ਦੇਖੋਗੇ ਕਿ ਊਚ ਨੀਚ, ਅਮੀਰ ਗਰੀਬ, ਗੱਭਰੂ ਤੇ ਬੁੱਢੇ ਸਭਨਾਂ ਨੂੰ ਸੇਵਾ ਕਰਨ ਲਈ ਖਾਸ ਜ਼ੋਰ ਦਿੱਤਾ ਜਾਂਦਾ ਹੈ। ਅਸੀਂ ਤੁਹਾਡੇ ਪਾਸ ਉਸ ਸਪਿਰਿਟ ਵਿੱਚ ਆਏ ਹਾਂ। ਸਾਨੂੰ ਸਿੱਖ ਬਣਨ ਨਾਲ ਕੀ ਲਾਭ ਪੁੱਜ ਸਕਦਾ ਹੈ? ਇਹ ਸਵਾਲ ਮੁੜ ਸੁਣ ਕੇ ਬੜਾ ਅਫਸੋਸ ਹੋਇਆ ਹੈ। ਭਾਵੇਂ ਮੈਂ ਕਈ ਸੱਚੇ ਤੇ ਸੁੱਚੇ ਸੱਜਣਾਂ ਨੂੰ ਮਿਲਿਆ ਹਾਂ ਜੋ ਅਜਿਹੀ ਸਪਿਰਿਟ ਵਿੱਚ ਕੰਮ ਕਰਨ ਵਾਲਿਆਂ ਪਰ ਲਾਹਨਤ ਪਾਉਂਦੇ ਹਨ। ਮੈਂ ਚਾਹੁੰਦਾ ਹਾਂ ਕਿ ਇਸ ਸਵਾਲ ਦਾ ਸਪਸ਼ਟ ਤੌਰ ਤੇ ਅਤੇ ਗੁਰੂ ਮਹਾਰਾਜ ਦੇ ਸ਼ਬਦਾਂ ਵਿੱਚ ਉੱਤਰ ਦੇਵਾਂ। ਗੁਰੂ ਮਹਾਰਾਜ ਫਰਮਾਉਂਦੇ ਹਨ, ਜੇ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਗੁਰੂ ਮਹਾਰਾਜ ਸਿੱਖ ਨੂੰ ਕਿਸੇ ਬਾਦਸ਼ਾਹੀ, ਕਿਸੇ ਸਵਾਰਥ ਜਾਂ ਕਿਸੇ ਬਹਿਸ਼ਤ ਦਾ ਵਾਅਦਾ ਨਹੀਂ ਕਰਦੇ। ਆਪ ਫਰਮਾਉਂਦੇ ਹਨ ਕਿ ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਵਲਾਰੇ। ਇੱਕ ਵਾਰ ਆਪ ਨੇ ਸਿੱਖਾਂ ਨੂੰ ਫਰਮਾਇਆ ਕਿ ਮੈਂ ਤੁਹਾਨੂੰ ਜੀਵਨ ਮ੍ਰਿਤੂ ਦਿੰਦਾ ਹਾਂ ਜੋ ਕੇਵਲ ਪਰਮਾਤਮਾ ਨਾਲ ਮਿਲਾ ਸਕਦੀ ਹੈ। ਇਹ ਚੀਜ਼ ਹੈ ਜੋ ਕਿ ਸਿੱਖ ਧਰਮ ਤੁਹਾਨੂੰ ਅਤੇ ਦੁਨੀਆ ਦੇ ਪੇਸ਼ ਕਰਦਾ ਹੈ। ਇੱਥੋਂ ਤੱਕ ਕਿ ਮੁਕਤੀ ਤੇ ਸਵਰਗ ਦੀ ਚਾਹ ਕਰਨ ਦੀ ਸਿੱਖੀ ਵਿੱਚ ਨਿਖੇਧੀ ਕੀਤੀ ਹੈ, ਕਿਉਂਕਿ ਇਸ ਚਾਹ ਦੀ ਵੀ ਦੂਜੀਆਂ ਬਿਮਾਰੀਆਂ ਵਰਗੀ ਹੀ ਖਾਸੀਅਤ ਹੈ। ਜੋ ਲੋਕ ਆਪਣੀ ਕੌਮ ਦੀ ਰੂਹ ਨੂੰ ਵਧੇਰੇ ਬੋਲੀ ਦੇਣ ਵਾਲਿਆਂ ਪਾਸ ਵੇਚ ਦੇਣਾ ਚਾਹੁੰਦੇ ਹਨ, ਉਹ ਆਪਣੀ ਕੌਮ ਤੇ ਮਨੁੱਖ ਜਾਤੀ ਲਈ ਬਹੁਤ ਭੈੜੇ ਸਾਬਤ ਹੋਣਗੇ। ਮੈਂ ਕਦੀ ਆਪਣੀ ਜ਼ਮੀਰ ਨਹੀਂ ਵੇਚੀ। ਸਵਾਰਥ ਅਧੀਨ ਹੋ ਕੇ ਕੰਮ ਕਰਨਾ, ਭਾਵੇਂ ਉਹ ਫਿਰਕੂ ਸਵਾਰਥ ਹੀ ਕਿਉਂ ਨਾ ਹੋਵੇ, ਕੰਮ ਨਾ ਕਰਨ ਨਾਲੋਂ ਵੀ ਭੈੜਾ ਹੈ। ਸਵਾਰਥ ਖੁਦ ਦਾ ਖਿਆਲ ਹੈ। ਤਿਆਗ ਤੇ ਕੁਰਬਾਨੀ ਤੋਂ ਬਿਨਾਂ ਨਾ ਕਿਸੇ ਕੌਮ ਨੇ ਤਰੱਕੀ ਕੀਤੀ ਹੈ, ਨਾ ਕੋਈ ਤਰੱਕੀ ਹੋ ਸਕਦੀ ਹੈ। ਇਹੋ ਕੁਝ ਹੈ ਜੋ ਸਿੱਖ ਧਰਮ ਤੁਹਾਨੂੰ ਦੇ ਰਿਹਾ ਹੈ ਅਤੇ ਅਸੀਂ ਤੁਹਾਨੂੰ ਉਠਾਉਣ ਲਈ ਤੁਹਾਡੇ ਸਹਾਇਕ ਹਾਂ ਅਤੇ ਤੁਹਾਡੀ ਗਿਰਾਵਟ ਦੇ ਚਾਹਵਾਨ ਨਹੀਂ। ਸਿੱਖ ਧਰਮ ਤੁਹਾਨੂੰ ਉਹ ਇਤਿਹਾਸ, ਉਹ ਸਿੱਖਿਆ ਤੇ ਰਵਾਇਤਾਂ ਪੇਸ਼ ਕਰਦਾ ਹੈ ਜੋ ਤੁਹਾਨੂੰ ਸਹਾਈ ਹੋ ਸਕਦੀਆਂ ਹਨ, ਜੋ ਤੁਸੀਂ ਕੁਰਬਾਨੀ ਦੀ ਸਪਿਰਿਟ ਆਪਣੇ ਅੰਦਰ ਪੈਦਾ ਕਰਨਾ ਚਾਹੋ। ਮੁੱਕਦੀ ਗੱਲ ਇਹ ਹੈ ਕਿ ਤੁਸੀਂ ਦਲਿਤ ਜਾਤੀਆਂ ਲਈ ਆਪਣਾ ਆਪ ਕੁਰਬਾਨ ਕਰ ਦੇਵੋ। ਸਿੱਖ ਕੌਮ ਤੁਹਾਨੂੰ ਦੇਵੇਗੀ ਕੁਝ ਨਹੀਂ, ਪਰ ਦਲਿਤ ਜਾਤੀਆਂ ਤੇ ਮਨੁੱਖ ਸਮਾਜ ਦੀ ਮਦਦ ਲਈ ਆਪਾ ਕੁਰਬਾਨ ਕਰ ਦੇਵੇਗੀ। ਸਿੱਖ ਬਹੁਤ ਘੱਟ ਗਿਣਤੀ ਵਿੱਚ ਉੱਚੀਆਂ ਜਾਤਾਂ ਵਿੱਚੋਂ ਆਏ ਹਨ। ਇਸ ਦੇ ਬਾਵਜੂਦ ਸਿੱਖ ਬ੍ਰਾਹਮਣ ਤੇ ਖੱਤਰੀ ਨਾਲੋਂ ਵੀ ਉੱਚੇ ਹਨ। ਖੇਤੀ ਕਰਨ ਵਾਲਾ ਮਜ਼ਦੂਰ, ਤਰਖਾਣ ਆਦਿ ਛੋਟੀਆਂ ਜਾਤਾਂ ਵਾਲੇ ਸਿੱਖ ਸਮਾਜ ਵਿੱਚ ਇਤਨੇ ਉੱਚੇ ਹੋ ਗਏ ਹਨ ਜਿਤਨੇ ਕਿ ਅਖੌਤੀ ਉੱਚ ਜਾਤੀਏ। ਪਹਿਲਾ ਮਹਾਰਾਜਾ ਕਪੂਰਥਲਾ ਕਲਾਲਾਂ ਵਿੱਚੋਂ ਆਇਆ। ਇਸ ਦਾ ਬਜ਼ੁਰਗ ਸਿੱਖਾਂ ਵਿੱਚੋਂ ਪਹਿਲਾ ਰਾਜਾ ਹੋਇਆ ਹੈ। ਦੂਜਾ ਤਰਖਾਣ ਘਰਾਣਾ ਫੂਲਕੀਆਂ ਰਿਆਸਤਾਂ ਦੇ ਹਾਕਮਾਂ ਲਈ ਬਤੌਰ ਪੁਜਾਰੀ ਕੰਮ ਕਰ ਰਿਹਾ ਹੈ। ਤੀਜਾ ਸਿੱਖ ਰਾਜ ਦੇ ਆਰੰਭ ਹੋਣ ਵੇਲੇ 12 ਮਿਸਲਾਂ ਕਾਇਮ ਸਨ। ਉਹਨਾਂ ਦੇ ਸਰਦਾਰ ਜੱਟ, ਤਰਖਾਣ ਤੇ ਕਲਾਲ ਸਨ। ਇਹਨਾਂ 12 ਆਗੂਆਂ ਵਿੱਚ ਇੱਕ ਵੀ ਉੱਚ ਜਾਤੀਆਂ ਵਿੱਚੋਂ ਨਹੀਂ ਸੀ। ਚੌਥਾ ਮੌਜੂਦਾ ਸਿੱਖ ਸੁਧਾਰ ਲਹਿਰ ਦਾ ਮੋਢੀ ਭਾਈ ਦत्त ਸਿੰਘ ਜੀ ਦਾ ਬਹੁਤ ਵਕਾਰ ਹੈ। ਉਹ ਨੀਚ ਜਾਤ ਦੇ ਚੁਮਾਰ ਸਨ। ਪੰਜਵਾਂ ਮੌਜੂਦਾ ਸਮੇਂ ਜਿਸ ਸ਼ਖਸ ਨੇ ਸਿੱਖਾਂ ਵਿੱਚ ਸਭਨਾਂ ਨਾਲੋਂ ਉੱਚੀ ਪੋਜੀਸ਼ਨ ਹਾਸਲ ਕੀਤੀ, ਜਿਸ ਨੂੰ ਬੇਤਾਜ ਬਾਦਸ਼ਾਹ ਕਹਿੰਦੇ ਰਹੇ, ਉਹ ਕਲਾਲ ਹੈ। ਛੇਵਾਂ ਨਾਈਆਂ ਵਿੱਚੋਂ ਸਾਡੇ ਸਿੱਖ ਵੱਡੇ ਵੱਡੇ ਜਗੀਰਦਾਰ ਤੇ ਜ਼ਮੀਨਾਂ ਦੇ ਮਾਲਕ ਹਨ। ਚੂੜੇ ਤੇ ਚਮਾਰ ਜਾਤਾਂ ਵਿੱਚੋਂ ਆਏ ਸਿੱਖਾਂ ਨੇ ਵੱਡੇ ਵੱਡੇ ਫੌਜੀ ਮੁਰਾਤਬੇ ਹਾਸਲ ਕੀਤੇ ਤੇ ਜ਼ਮੀਨਾਂ ਦੇ ਮਾਲਕ ਹਨ। ਗੁਰਦੁਆਰਿਆਂ ਦੇ ਗ੍ਰੰਥੀ ਹਨ ਤੇ ਹੈੱਡ ਗ੍ਰੰਥੀ ਹਨ। ਸੱਤਵਾਂ ਅਕਾਲੀ ਲਹਿਰ ਇਸ ਤੋਂ ਚੱਲੀ ਸੀ ਕਿ ਚੂੜੇ ਤੇ ਚਮਾਰਾਂ ਵਿੱਚੋਂ ਸਜੇ ਸਿੰਘਾਂ ਦੀ ਭਾਈਚਾਰਕ ਪੋਜੀਸ਼ਨ ਨੂੰ ਉੱਚੀਆਂ ਕੀਤਾ ਜਾਵੇ। ਅੱਠਵਾਂ ਛੋਟੀਆਂ ਜਾਤਾਂ ਵਿੱਚੋਂ ਸਜੇ ਸਿੰਘ ਗ੍ਰੰਥੀ ਬਣਾਏ ਜਾਂਦੇ ਹਨ। ਉੱਚੀਆਂ ਜਾਤਾਂ ਵਾਲਿਆਂ ਨੂੰ ਸਿੱਖ ਸਜਾਉਣ ਵੇਲੇ ਅੰਮ੍ਰਿਤ ਛਕਾਉਂਦੇ ਹਨ। ਮੈਂ ਕਿਹਾ ਸੀ ਕਿ ਤੁਸੀਂ ਬਾਹਰਲੀ ਸਹਾਇਤਾ ਪਰ ਨਿਰਭਰ ਨਾ ਰੱਖੋ। ਮੈਂ ਮੁੜ ਇਹ ਪੂਰੇ ਜ਼ੋਰ ਨਾਲ ਕਹਿੰਦਾ ਹਾਂ ਕਿ ਕਿਸੇ ਕੰਮ ਜਾਂ ਆਦਮੀ ਨੇ ਇਸ ਤਰ੍ਹਾਂ ਤਰੱਕੀ ਨਹੀਂ ਕੀਤੀ। ਸਿੱਖ ਕੌਮ ਦੀ ਮਿਸਾਲ ਦੀ ਪੈਰਵੀ ਕਰੋ। ਤੁਹਾਡੀ ਇਹ ਆਜ਼ਾਦੀ ਦੀ ਲਹਿਰ ਸਿੱਖਾਂ ਦੀ ਹਾਲਤ ਨਾਲ ਟੱਕਰਾ ਖਾਂਦੀ ਹੈ। ਦਲਿਤ ਤੇ ਦੁਖੀਆਂ ਲਈ ਕੁਰਬਾਨੀ ਕਰੋ। ਤੁਸੀਂ ਤੇ ਕੇਵਲ ਤੁਸੀਂ ਆਪਣੇ ਲੋਕਾਂ ਦੀ ਮਾਨਸਿਕ ਅਵਸਥਾ ਨੂੰ ਬਦਲ ਸਕਦੇ ਹੋ। ਨੀਚਤਾ ਭਾਵ ਨੂੰ ਦੂਰ ਕਰੋ ਤਾਂ ਤੁਸੀਂ ਉਨੇ ਹੀ ਉੱਚੇ ਹੋ ਜਾਵੋਗੇ ਜਿੰਨਾ ਕਿ ਹੋਰ ਕੋਈ।
इस मानसिक अवस्था ਵਿੱਚ ਤਬਦੀਲੀ ਲਿਆਉਣ ਲਈ ਲਗਾਤਾਰ ਕੋਸ਼ਿਸ਼ ਤੇ ਭਾਰੀ ਕੁਰਬਾਨੀ ਦੀ ਲੋੜ ਹੈ। ਅਸੀਂ ਬਤੌਰ ਸਿੱਖ ਆਜ਼ਾਦੀ ਦੇ ਚਾਹਵਾਨਾਂ ਦੀ ਸਹਾਇਤਾ ਕਰਨਾ ਆਪਣਾ ਫਰਜ਼ ਸਮਝਦੇ ਹਾਂ। ਅਸੀਂ ਗਿਣਤੀ ਦੇ ਚਾਹਵਾਨ ਨਹੀਂ ਬਲਕਿ ਸੇਵਾ ਕਰਨ ਦੇ ਚਾਹਵਾਨ ਹਾਂ। ਹਵਾਲਾ 4 ਤੇ 11 ਜੂਨ 1936 ਦੇ ਅਕਾਲੀ ਅਖਬਾਰ ਵਿੱਚ ਛਪਿਆ ਮਾਸਟਰ ਤਾਰਾ ਸਿੰਘ ਪ੍ਰਧਾਨ ਵੱਲੋਂ ਦੱਖਣ ਵਿੱਚ ਦਿੱਤਾ ਗਿਆ ਭਾਸ਼ਣ ਸਿੱਖ ਪ੍ਰਚਾਰ ਮਿਸ਼ਨ। ਜੂਨ 1936 ਸਰਦਾਰ ਕੇਹਰ ਸਿੰਘ ਹੈਡਮਾਸਟਰ ਸਕੱਤਰ ਪ੍ਰਚਾਰ ਮਿਸ਼ਨ ਨੇ ਇਹਨਾਂ ਦਿਨਾਂ ਵਿੱਚ 15 ਜੂਨ 1936 ਤੋਂ ਪਹਿਲਾਂ ਡਾਕਟਰ ਅੰਬੇਡਕਰ ਜੀ ਨੂੰ ਮਿਲ ਕੇ ਕਈ ਮੀਟਿੰਗਾਂ ਕੀਤੀਆਂ। ਇੱਕ ਅਹਿਮ ਖੂਫੀਆ ਮੁਲਾਕਾਤ ਜਿਸ ਵਿੱਚ ਦੱਬੀਆਂ ਕੁਚਲੀਆਂ ਜਾਤਾਂ ਦੇ ਸਿੰਘ ਸੱਜਣ ਸੰਬੰਧੀ ਇੱਕ ਮੁਕੰਮਲ ਪ੍ਰੋਗਰਾਮ ਉਲੀਕਿਆ ਗਿਆ। ਨੋਟ: ਇਹ ਪੂਰਾ ਐਡਰੈਸ 4 ਜੂਨ ਤੇ 11 ਜੂਨ 1936 ਦੇ ਅਕਾਲੀ ਅਖਬਾਰ ਦੇ ਪਰਚਿਆਂ ਵਿੱਚ ਛਪਿਆ। ਸ਼ੰਕਰਾਚਾਰੀਆ ਡਾਕਟਰ ਕੁਰਤਕੋਟੀ ਦੀ ਸਲਾਹ। ਅਜੇ ਹਿੰਦੂ ਧਰਮ ਬਦਲੀ ਨੂੰ ਭੁੱਲ ਚੁੱਕੇ ਨਹੀਂ ਸਨ। ਹਿੰਦੂ ਮਹਾਸਭਾ ਦੀ ਲੀਡਰਸ਼ਿਪ ਮਹਾਰਾਸ਼ਟਰ, ਪੰਜਾਬ ਤੇ ਉੱਤਰ ਪ੍ਰਦੇਸ਼ 'ਚ ਉਹਨਾਂ ਦੇ ਸੰਗੀ ਧਰਮ ਬਦਲੀ ਦੀ ਲਹਿਰ ਦਾ ਪੱਖ ਕਰਦੇ ਨਜ਼ਰ ਆਉਂਦੇ ਸਨ। ਕਬੀਰ ਮੱਠ ਦਾ ਸ਼ੰਕਰਾਚਾਰੀਆ ਡਾਕਟਰ ਕੁਰਤਾਕੋਟੀ ਅਜਿਹੇ ਆਦਮੀ ਸਨ ਜੋ ਡਾਕਟਰ ਅੰਬੇਡਕਰ ਦੇ ਫੈਸਲੇ ਕਿ ਕੋਈ ਦੂਜਾ ਧਰਮ ਅਪਣਾਉਣ ਦੇ ਬਾਰੇ ਦਾ ਪੱਖ ਕਰ ਚੁੱਕੇ ਸਨ, ਪਰੰਤੂ ਉਹ ਚਾਹੁੰਦੇ ਸਨ ਕਿ ਉਹ ਸਿੱਖੀਜ਼ਮ ਅਪਣਾਉਣ। ਕੁਝ 15 ਦਿਨਾਂ ਬਾਅਦ ਬੰਬੇ ਵਿੱਚ ਹੋਈ ਮਹਾਰ ਕਾਨਫਰੰਸ ਉਪਰੰਤ ਪ੍ਰੈਸ ਦੁਆਰਾ ਉਸ ਦੀ ਇੰਟਰਵਿਊ ਲਈ ਗਈ। ਇੰਟਰਵਿਊ ਦੌਰਾਨ ਸ਼ੰਕਰਾਚਾਰੀਆ ਨੇ ਕਿਹਾ, ਡਾਕਟਰ ਅੰਬੇਡਕਰ ਨੂੰ ਮੇਰੀ ਸਲਾਹ ਹੈ ਅਤੇ ਦੂਸਰੇ ਜੋ ਮਹਿਸੂਸ ਕਰਦੇ ਹਨ ਕਿ ਉਹਨਾਂ ਨੂੰ ਹਿੰਦੂਆਂ ਦੇ ਘੇਰੇ ਵਿੱਚ ਨਹੀਂ ਰਹਿਣਾ ਚਾਹੀਦਾ ਹੈ ਕਿ ਉਹਨਾਂ ਨੂੰ ਆਰੀਆ ਸਮਾਜ ਜਾਂ ਬ੍ਰਹਮੋ ਸਮਾਜ ਦੀ ਤਰ੍ਹਾਂ ਆਪਣਾ ਇੱਕ ਧਰਮ ਚਲਾਉਣਾ ਚਾਹੀਦਾ ਹੈ। ਮੇਰੀ ਰਾਏ ਵਿੱਚ ਉਹਨਾਂ ਨੂੰ ਹਿੰਦੂ ਧਰਮ ਵਿੱਚੋਂ ਉਹ ਚੀਜ਼ਾਂ ਜੋ ਤਰਕ ਜਾਂ ਸਮਝਦਾਰੀ ਵਾਲੀਆਂ ਹਨ ਸਿਰਫ ਉਹਨਾਂ ਨੂੰ ਲੈਂਦਿਆਂ ਇੱਕ ਨਵਾਂ ਧਰਮ ਚਲਾਉਣਾ ਚਾਹੀਦਾ ਹੈ। ਹਵਾਲਾ: ਟਾਈਮਜ਼ ਆਫ ਇੰਡੀਆ 15/6/1936, 10 ਸਪੋਕ ਅੰਬੇਡਕਰ ਵੋਲਿਊਮ 4th, 10 ਸਪੋਕ ਅੰਬੇਡਕਰ ਵੋਲਿਊਮ 4th, ਪੰਨਾ 206। 18/6/1936 ਡਾਕਟਰ ਮੁੰਜੇ ਪ੍ਰਧਾਨ ਹਿੰਦੂ ਮਹਾਸਭਾ ਦਿੱਲੀ ਤੋਂ ਉਹਨਾਂ ਦੇ ਮਿੱਤਰ ਸ਼੍ਰੀਮਾਨ ਸੇਠ ਜੁਗਲ ਕਿਸ਼ੋਰ ਬਿਰਲਾ ਨੇ ਡਾਕਟਰ BR ਅੰਬੇਡਕਰ ਜੀ ਦੀ ਸਹਿਮਤੀ ਨਾਲ ਗੱਲਬਾਤ ਵਿਚਾਰ ਵਟਾਂਦਰਾ ਕਰਨ ਲਈ ਬੰਬਈ ਬੁਲਾਇਆ ਤਾਂ ਕਿ ਦੱਬੀਆਂ ਕੁਚਲੀਆਂ ਜਾਤਾਂ ਦੇ ਸਿੱਖ ਧਰਮ 'ਚ ਸ਼ਾਮਲ ਹੋਣ ਦਾ ਮਸਲਾ ਕਿਸੇ ਸਿੱਟੇ ਤੇ ਪਹੁੰਚਾਇਆ ਜਾ ਸਕੇ। ਪੰਨਾ 147, ਸੋਰਸ ਮਟੀਰੀਅਲ ਵੋਲਿਊਮ 1। ਬੰਬਈ ਦੀਆਂ ਵੇਸਵਾਵਾਂ ਧਰਮ ਬਦਲੀ ਦੇ ਹੱਕ 'ਚ। ਧਰਮ ਬਦਲੀ ਦੇ ਆਮ ਵਿਸ਼ਵਾਸ ਦੇ ਵਿਰੋਧ 'ਚ ਦੱਬੀਆਂ ਕੁਚਲੀਆਂ ਜਾਤਾਂ ਜਾਂ ਅਛੂਤ ਜਾਤਾਂ ਸਾਰੇ ਸੰਬੰਧਿਤ ਨਹੀਂ ਸਨ। ਉਹਨਾਂ ਨੇ ਕਰਨਾਟਕਾ 'ਚੋਂ ਵੇਸਵਾਵਾਂ, ਦੇਵਦਾਸੀਆਂ, ਪਟਰਾਜੇ, ਪੱਤਰਾਡਵੇਸ, ਬੌਪਸ ਐਂਡ ਬਿਊਟ ਸੈਕਟਸ ਐਟਸੈਟਰਾ ਸ਼ਾਮਲ ਕੀਤੀਆਂ। ਬ੍ਰਾਹਮਣਾਂ ਅਤੇ ਮਰਾਠੀਆਂ ਦੇ ਧਾਰਮਿਕ ਹੁਕਮ ਹਨ। ਪੋਪਸ ਤੇ ਭੂਟੇ ਵਿੱਚੋਂ ਇਹਨਾਂ ਨੂੰ ਭਰਤੀ ਕੀਤਾ ਜਾਂਦਾ ਹੈ। ਉਹਨਾਂ ਨੂੰ ਪੋਪਸ ਅਤੇ ਭੁਟੇਸ ਕਿਹਾ ਜਾਂਦਾ ਹੈ ਕਿਉਂਕਿ ਉਹ ਭਾਵਾਨੀ ਦੇ ਸ਼ਰਧਾਲੂ ਹਨ। ਇਹ ਮੀਟਿੰਗ ਦਮੋਦਰ ਠਾਕਰੇ ਹਾਲ ਬੰਬੇ ਵਿਖੇ ਕੀਤੀ ਗਈ ਅਤੇ ਵੱਡੀ ਗਿਣਤੀ ਵਿੱਚ ਆਦਮੀਆਂ ਅਤੇ ਔਰਤਾਂ, ਦੇਵਦਾਸੀਆਂ, ਪਤਰਾਜੇ, ਭੂਟੇ, ਅਰਾਧੀ ਅਤੇ ਜੋਗਟੀ ਫਿਰਕੇ ਜੋ ਡਾਕਟਰ ਬਾਬਾ ਸਾਹਿਬ ਅੰਬੇਡਕਰ ਦੁਆਰਾ ਸ਼ੁਰੂ ਕੀਤੀ ਗਈ ਧਰਮ ਪਰਿਵਰਤਨ ਲਹਿਰ ਦੀ ਹਮਾਇਤ ਵਿੱਚ ਫੈਸਲਾ ਕਰ ਚੁੱਕੇ ਸਨ। ਪੰਨਾ 174। ਡਾਕਟਰ ਅੰਬੇਡਕਰ ਜੀ ਨੇ ਮੀਟਿੰਗ ਨੂੰ ਸੰਬੋਧਨ ਕੀਤਾ ਤੇ ਉਹਨਾਂ ਨੇ ਸਿੱਖਿਆ ਦਿੰਦਿਆਂ ਕਿਹਾ, ਜੇਕਰ ਤੁਸੀਂ ਆਪਣਾ ਧਰਮ ਸਾਡੇ ਨਾਲ ਤਬਦੀਲ ਕਰਦੇ ਹੋ ਜਾਂ ਨਹੀਂ ਇਹਦੀ ਮੈਨੂੰ ਜ਼ਿਆਦਾ ਜ਼ਰੂਰਤ ਨਹੀਂ, ਪਰੰਤੂ ਮੈਂ ਜ਼ੋਰ ਦਿੰਦਾ ਹਾਂ ਕਿ ਜੇਕਰ ਤੁਸੀਂ ਸਾਡਾ ਸਾਥ ਦੇਣ ਲਈ ਨਾਲ ਹੋਣਾ ਚਾਹੁੰਦੇ ਹੋ ਤੁਹਾਨੂੰ ਆਪਣਾ ਕਲੰਕਿਤ ਜੀਵਨ ਜ਼ਰੂਰ ਛੱਡਣਾ ਚਾਹੀਦਾ ਹੈ। ਕਾਮਤੀਪੁਰਾ ਦੀਆਂ ਮਹਾਰ ਔਰਤਾਂ ਕਮਿਊਨਿਟੀ ਲਈ ਇੱਕ ਸ਼ਰਮਿੰਦਗੀ ਹੈ। ਜੇਕਰ ਤੁਸੀਂ ਆਪਣਾ ਰਾਹ ਬਦਲਣ ਲਈ ਤਿਆਰ ਨਹੀਂ ਹੁੰਦੇ ਤਾਂ ਸਾਡਾ ਤੁਹਾਡੇ ਨਾਲ ਕੁਝ ਵੀ ਲੈਣ ਦੇਣ ਨਹੀਂ ਹੋਵੇਗਾ ਅਤੇ ਸਾਡਾ ਤੁਹਾਡੇ ਲਈ ਕੋਈ ਫਾਇਦਾ ਨਹੀਂ ਹੋਵੇਗਾ। ਉੱਥੇ ਤੁਹਾਡੇ ਲਈ 2 ਰਾਹ ਖੁੱਲ੍ਹੇ ਹਨ। ਪਹਿਲਾ, ਜੇਕਰ ਤੁਸੀਂ ਉੱਥੇ ਰਹਿੰਦੇ ਹੋ ਜਿੱਥੇ ਤੁਸੀਂ ਹੋ ਤੇ ਘਿਰਣਾ ਹੋਣੀ ਜਾਰੀ ਰਹਿੰਦੀ ਹੈ ਤੇ ਜੇ ਦੂਰ ਰਹਿੰਦੇ ਹੋ। ਦੂਜਾ, ਜਾਂ ਤੁਸੀਂ ਆਪਣੀ ਘਿਰਣਤ ਧੰਦਾ ਛੱਡਦੇ ਹੋ ਤੇ ਸਾਡੇ ਨਾਲ ਆਉਂਦੇ ਹੋ, ਫਿਰ ਤੁਸੀਂ ਮੈਨੂੰ ਪੁੱਛੋਗੇ ਅਸੀਂ ਆਪਣਾ ਜੀਵਨ ਨਿਰਬਾਹ ਕਿਸ ਤਰ੍ਹਾਂ ਕਰਾਂਗੇ। ਮੈਂ ਤੁਹਾਨੂੰ ਦੱਸਣ ਨਹੀਂ ਜਾ ਰਿਹਾ ਕਿ ਉੱਥੇ ਇਸ ਨੂੰ ਕਰਨ ਦੇ ਸੈਂਕੜੇ ਰਾਹ ਹਨ, ਪਰੰਤੂ ਮੈਂ ਜ਼ੋਰ ਦਿੰਦਾ ਹਾਂ ਕਿ ਤੁਹਾਨੂੰ ਇਹ ਘਟੀਆ ਜੀਵਨ ਛੱਡ ਦੇਣਾ ਜ਼ਰੂਰ ਚਾਹੀਦਾ ਹੈ। ਤੁਹਾਨੂੰ ਜ਼ਰੂਰ ਵਿਆਹ ਕਰਾਉਣੇ ਅਤੇ ਆਮ ਘਰੇਲੂ ਜ਼ਿੰਦਗੀ 'ਚ ਆਰਾਮ ਨਾਲ ਸੈੱਟ ਹੋ ਜਾਣਾ ਚਾਹੀਦਾ ਹੈ ਜਿਵੇਂ ਦੂਸਰੀਆਂ ਜਮਾਤਾਂ ਦੀਆਂ ਔਰਤਾਂ ਕਰਦੀਆਂ ਹਨ ਅਤੇ ਉਹਨਾਂ ਹਾਲਾਤਾਂ ਅਧੀਨ ਰਹਿਣਾ ਜਾਰੀ ਨਾ ਰੱਖੋ ਜਿਹੜੀਆਂ ਤੁਹਾਨੂੰ ਵੇਸਵਾਗਮਨੀ ਵਿੱਚ ਨੂੰ ਖਿੱਚ ਕੇ ਲੈ ਜਾਂਦੀਆਂ ਹਨ।
टाइम्स ऑफ इंडिया डेटेड 18/6/1936, द स्पोक अंबेडकर वॉल्यूम 4 पन्ना 174। 18 ਤੋਂ 22 ਜੂਨ 1936 ਡਾਕਟਰ ਮੂੰਜੇ ਨੇ ਲਗਾਤਾਰ ਡਾਕਟਰ ਅੰਬੇਡਕਰ ਜੀ ਨਾਲ 3 ਦਿਨ ਗੱਲਬਾਤ ਧਰਮ ਬਦਲੀ ਸੰਬੰਧੀ ਕੀਤੀ ਅਤੇ ਇੱਕ ਨਿੱਜੀ ਤੇ ਗੁਪਤ ਸਮਝੌਤਾ ਫਾਰਮੂਲਾ ਤੇ ਬਿਆਨ ਲਿਖਤੀ ਰੂਪ 'ਚ ਦੋਹਾਂ ਨੇਤਾਵਾਂ ਨੇ ਤਿਆਰ ਕੀਤਾ। ਡਾਕਟਰ ਅੰਬੇਡਕਰ ਜੀ ਦੇ ਇਸ ਲਿਖਤੀ ਫਾਰਮੂਲੇ ਤੇ ਬਿਆਨ ਦੀ ਮਿਤੀ 18 ਤੋਂ 22 ਜੂਨ ਹੋਵੇਗੀ। ਸੋਰਸ ਮਟੀਰੀਅਲ ਵੋਲਿਊਮ 1 ਪੇਜ 147। ਡਾਕਟਰ ਅੰਬੇਡਕਰ ਜੀ ਦੀਆਂ ਲਿਖਤਾਂ ਤੇ ਭਾਸ਼ਣ ਵੋਲਿਊਮ 17 ਪਾਰਟ 1 ਵਿੱਚ ਅਕਰਮ ਅਨੁਸਾਰ ਦਿੱਤੇ ਹੋਏ ਫਾਰਮੂਲੇ ਅਤੇ ਬਿਆਨ ਆਦਿ ਬਾਰੇ। ਪਹਿਲਾ, ਸੋਰਸ ਮਟੀਰੀਅਲ ਔਨ ਡਾਕਟਰ ਬਾਬਾ ਸਾਹਿਬ ਅੰਬੇਡਕਰ ਐਂਡ ਦ ਮੂਵਮੈਂਟ ਆਫ ਅਨਟਚੇਬਲਸ ਵੋਲਿਊਮ 1। ਮਹਾਰਾਸ਼ਟਰ ਸਰਕਾਰ ਦੁਆਰਾ ਮਿਤੀ 6 ਦਸੰਬਰ 1982 ਨੂੰ ਜਾਰੀ ਕੀਤੀ ਗਈ ਪੁਸਤਕ ਸੋਰਸ ਮਟੀਰੀਅਲ ਵੋਲਿਊਮ 1 ਦੇ ਪੰਨਾ 142 ਤੋਂ 163 ਤੱਕ ਅੰਗਰੇਜ਼ ਸਰਕਾਰ ਦੀਆਂ ਗੁਪਤ ਰਿਪੋਰਟਾਂ ਜੋ ਧਰਮ ਬਦਲੀ ਖਾਸ ਕਰਕੇ ਸਿੱਖੀਜ਼ਮ ਨੂੰ ਅਪਣਾਉਣ ਸੰਬੰਧੀ ਹੈ ਸਹੀ ਪ੍ਰਕਰਣ 'ਚ ਦਿੱਤੀਆਂ ਗਈਆਂ ਹਨ, ਜਿਸ ਤੋਂ ਡਾਕਟਰ ਅੰਬੇਡਕਰ ਜੀ ਦੁਆਰਾ ਸਿੱਖ ਧਰਮ ਨਾ ਅਪਣਾਉਣ ਸੰਬੰਧੀ ਵੀ ਸਾਫ਼-ਸਾਫ਼ ਪਤਾ ਲੱਗਦਾ ਹੈ। ਡਾਕਟਰ ਅੰਬੇਡਕਰ ਜੀ ਦਾ ਫਾਰਮੂਲਾ ਤੇ ਬਿਆਨ ਉਪਰੋਕਤ ਹਵਾਲਾ ਅਧੀਨ ਪੁਸਤਕ ਦੇ ਪੰਨਾ 147 ਤੇ ਦੇਖਿਆ ਜਾ ਸਕਦਾ ਹੈ। ਸਾਰੇ ਘਟਨਾਕ੍ਰਮ ਦਾ ਅਨੁਵਾਦ ਲੇਖਕ ਵੱਲੋਂ ਹਥਲੀ ਪੁਸਤਕ 'ਚ ਦਿੱਤਾ ਗਿਆ ਹੈ। ਦੂਜਾ, ਡਾਕਟਰ ਅੰਬੇਡਕਰ ਜੀ ਦੇ ਫਾਰਮੂਲੇ ਅਤੇ ਬਿਆਨ ਬਾਰੇ ਪਿੱਛੇ ਜ਼ਿਕਰ ਭਾਵੇਂ ਕੀਤਾ ਜਾ ਚੁੱਕਾ ਹੈ। ਇਹ ਲਿਖਤ ਮਹਾਰਾਸ਼ਟਰ ਸਰਕਾਰ ਦੁਆਰਾ ਜਾਰੀ ਕੀਤੀਆਂ ਬਾਬਾ ਸਾਹਿਬ ਅੰਬੇਡਕਰ ਜੀ ਦੀਆਂ ਲਿਖਤਾਂ ਅਨੁਸਾਰ ਮਹਾਰ ਕਾਨਫਰੰਸ 30-31 ਮਈ 1936 ਤੋਂ ਬਾਅਦ ਡਾਕਟਰ BS ਮੂੰਜੇ ਪ੍ਰਧਾਨ ਹਿੰਦੂ ਮਹਾਸਭਾ ਮਿਤੀ 18/6/1936 ਨੂੰ ਸੇਠ ਬਿਰਲੇ ਦੇ ਕਹਿਣ ਤੇ ਬੰਬੇ ਡਾਕਟਰ ਅੰਬੇਡਕਰ ਜੀ ਦੇ ਘਰ ਰਾਜਗ੍ਰਹਿ ਵਿਖੇ ਗਿਆ। ਉੱਥੇ ਡਾਕਟਰ ਅੰਬੇਡਕਰ ਤੇ ਮੂੰਜੇ ਤੋਂ ਇਲਾਵਾ 2 ਮੈਂਬਰ ਹੋਰ ਹਾਜ਼ਰ ਸਨ। 3 ਦਿਨ ਵਿਚਾਰ ਵਟਾਂਦਰੇ ਤੋਂ ਬਾਅਦ ਉਪਰੋਕਤ ਫਾਰਮੂਲਾ 19 ਤੋਂ 22 ਜੂਨ 1936 ਨੂੰ ਲਿਖਤੀ ਰੂਪ ਵਿੱਚ ਤਿਆਰ ਹੋਇਆ, ਜਿਸ ਦੀ ਇੱਕ ਕਾਪੀ ਡਾਕਟਰ ਮੂੰਜੇ ਲੈ ਗਿਆ ਅਤੇ ਉਸਨੇ 30/6/1936 ਨੂੰ ਰਾਓ ਬਹਾਦਰ MC ਰਾਜਾ ਮਦਰਾਸ ਨੂੰ ਭੇਜ ਦਿੱਤੀ ਅਤੇ ਰਾਜਾ ਨੇ ਉਹ ਕਾਪੀ ਪ੍ਰੈਸ ਨੂੰ 5/8/1936 ਨੂੰ ਸ਼ਿਮਲਾ ਤੋਂ ਜਾਰੀ ਕਰਕੇ ਛਪਵਾ ਦਿੱਤੀ, ਜੋ ਪ੍ਰੈਸ ਵਿੱਚ ਮਿਤੀ 8/8/1936 ਨੂੰ ਦ ਬੰਬੇ ਕ੍ਰੋਨਿਕਲ ਵਿੱਚ ਛਪ ਗਈ। ਡਾਕਟਰ ਅੰਬੇਡਕਰ ਜੀ ਨੇ ਇਸ ਅਣ-ਅਧਿਕਾਰਤ ਕਾਰਵਾਈ ਦੇ ਵਿਰੋਧ ਵਿੱਚ ਪ੍ਰਤੀਕਰਮ ਵਜੋਂ ਬਿਆਨ ਟਿੱਪਣੀ ਦੇ ਤੌਰ ਤੇ ਜਾਰੀ ਕੀਤਾ, ਜੋ ਮਿਤੀ 15/18/1936 ਨੂੰ ਜਨਤਾ ਅਖਬਾਰ ਮਰਾਠੀ ਵਿੱਚ ਛਪਿਆ। ਤੀਜਾ, ਮਹਾਰਾਸ਼ਟਰ ਸਰਕਾਰ ਦੇ ਵੋਲਿਊਮ 17 ਪਾਰਟ 3 ਦੇ ਪੰਨਾ 147 ਤੋਂ ਬਾਅਦ ਜਿੱਥੇ ਮਹਾਰ ਕਾਨਫਰੰਸ ਬੀ ਦੇ ਔਨ ਲਾਈਟ ਦੇ ਸ਼ਬਦਾਂ ਨਾਲ ਸਮਾਪਤ ਹੁੰਦੀ ਹੈ ਤੋਂ ਬਾਅਦ ਪੰਨਾ ਨੰਬਰ 159/35 ਤੇ ਛਪੇ ਮੈਮੋਰੰਡਮ ਤੋਂ ਅਗਲੇ ਸਫ਼ੇ 160 ਤੇ ਦਿੱਤੇ ਟਾਈਟਲ ਗੋਡਸ ਇਨ ਹਿੰਦੂ ਰਿਲੀਜਨ ਸ਼ੁੱਡ ਨਾਟ ਬੀ ਵਰਸ਼ਿਪਡ ਤੋਂ ਪਹਿਲਾਂ ਉਪਰੋਕਤ ਇਹ ਲਿਖਤ ਤੇ ਜਾਣਕਾਰੀ ਨਾਲ ਹੀ ਦਰਜ ਹੋਣੀ ਚਾਹੀਦੀ ਸੀ, ਕਿਉਂਕਿ ਡਾਕਟਰ ਅੰਬੇਡਕਰ ਜੀ ਦੇ ਘਰ ਦਫ਼ਤਰ ਰਿਕਾਰਡ 'ਚ ਉਪਰੋਕਤ ਸਭ ਕਾਪੀਆਂ ਸਹੀ ਕਰਮ ਅਨੁਸਾਰ ਜ਼ਰੂਰੀ ਪਈਆਂ ਹੋਣਗੀਆਂ ਦੇ ਅਨੁਸਾਰ ਛਾਪੀ ਜਾਣੀ ਚਾਹੀਦੀ ਸੀ, ਜੋ ਉੱਪਰ ਦੱਸੇ ਵੋਲਿਊਮ 17 ਪਾਰਟ 3 ਵਿੱਚ ਕਰਮ ਮੁਤਾਬਕ ਡਾਕਟਰ ਅੰਬੇਡਕਰ ਫਾਰਮੂਲਾ ਤੇ ਬਿਆਨ ਦਰਜ ਹੀ ਨਹੀਂ ਕੀਤਾ ਗਿਆ। ਚੌਥਾ, ਮਹਾਰਾਸ਼ਟਰ ਸਰਕਾਰ ਦੇ ਵੋਲਿਊਮ 17 ਪਾਰਟ 1 ਦੇ ਪੰਨਾ 239/11 ਉੱਪਰ ਕੀਰ ਪੇਜ 277 ਦੇ ਹਵਾਲੇ ਨਾਲ ਸਿਰਫ ਡਾਕਟਰ ਅੰਬੇਡਕਰ ਜੀ ਦੇ ਬਿਆਨ ਦਾ ਹਿੱਸਾ ਜੋ ਸਿੱਖੀਜ਼ਮ ਅਪਣਾਉਣ ਨਾਲ ਸੰਬੰਧਿਤ ਹੈ, Hindus should not be indifferent to conversion of depressed classes ਦੇ ਸਿਰਲੇਖ ਹੇਠ ਦਿੱਤਾ ਗਿਆ ਹੈ, ਜਦਕਿ ਡਾਕਟਰ ਅੰਬੇਡਕਰ ਫਾਰਮੂਲਾ ਇੱਥੇ ਵੀ ਨਹੀਂ ਦਿੱਤਾ ਗਿਆ। ਇਸ ਹੀ ਵੋਲਿਊਮ ਪਾਰਟ 1 ਦੇ ਪੰਨਾ 250/13 ਤੋਂ 253 ਤੇ ਰਾਓ ਬਹਾਦਰ MC ਰਾਜਾ ਦੀ ਕਾਰਵਾਈ ਦੇ ਖਿਲਾਫ ਡਾਕਟਰ ਅੰਬੇਡਕਰ ਜੀ ਦਾ ਬਿਆਨ ਟਿੱਪਣੀ ਤੇ ਲਾਂਤ ਵਜੋਂ ਦਰਜ ਕੀਤਾ ਗਿਆ ਹੈ ਅਤੇ ਪੰਨਾ 243 ਦੇ ਹੇਠ ਫੁੱਟਨੋਟ for reaction on this statement by Dr. Munje, Mr. Raja, Mahatma Gandhi and others, see Appendix 10 editors ਦਿੱਤਾ ਗਿਆ ਹੈ। ਫਿਰ ਪਾਠਕ ਵੇਖ ਸਕਦੇ ਹਨ ਕਿ ਇਸੇ ਹੀ ਵੋਲਿਊਮ 17 ਭਾਗ ਪਹਿਲਾ ਦੇ ਪੰਨਾ 476 ਉੱਪਰ ਅਪੈਂਡਿਕਸ 10 ਤੇ ਡਾਕਟਰ ਮੂੰਜੇਜ਼ ਲੈਟਰ ਟੂ ਮਿਸਟਰ MC ਰਾਜਾ ਨੂੰ ਲਿਖੀ ਚਿੱਠੀ ਰਿਐਕਸ਼ਨ ਔਨ ਦਿਸ ਸਟੇਟਮੈਂਟ ਡੇਟਡ 19/6/1936
ਇਸ਼ੂਡ ਬਾय ਡਾਕਟਰ BR ਅੰਬੇਡਕਰ ਔਨ ਕਨਵਰਜਨ ਦੇ ਸਿਰਲੇਖ ਹੇਠ ਦਿੱਤੀ ਗਈ ਹੈ। ਇਸ ਬਿਆਨ ਵਿੱਚ ਡਾਕਟਰ ਅੰਬੇਡਕਰ ਜੀ ਦੀ ਸਹਿਮਤੀ ਵਾਲਾ ਫਾਰਮੂਲਾ ਦਿੱਤਾ ਗਿਆ ਹੈ, ਜਦਕਿ ਡਾਕਟਰ ਅੰਬੇਡਕਰ ਫਾਰਮੂਲਾ ਅਤੇ ਬਿਆਨ ਦੋਵੇਂ ਇੱਕੋ ਸਮੇਂ ਮਿਤੀ 18/6/1936 ਤੋਂ ਲੈ ਕੇ 22/6/1936 ਤੱਕ ਤਿਆਰ ਕੀਤੇ ਗਏ। ਡਾਕਟਰ ਅੰਬੇਡਕਰ ਦੁਆਰਾ ਜ਼ਰੂਰ ਕਰਮ ਅਨੁਸਾਰ ਇਕੱਠੇ ਹੀ ਰੱਖੇ ਗਏ ਹੋਣਗੇ। ਫਾਰਮੂਲਾ ਅਤੇ ਬਿਆਨ ਨੂੰ ਵੱਖਰੇ ਵੱਖਰੇ ਕਰਕੇ ਸੰਪਾਦਕਾਂ ਦੁਆਰਾ ਹਵਾਲੇ ਅਧੀਨ ਵੋਲਿਊਮ 17 ਪਾਰਟ 1 ਵਿੱਚ ਵੱਖ-ਵੱਖ ਪੰਨਿਆਂ ਤੇ ਛਾਪਣਾ ਪਾਠਕਾਂ ਨੂੰ ਉਲਝਾਅ ਵਿੱਚ ਪਾਉਂਦਾ ਹੈ ਅਤੇ ਇਹ ਸਮਝਣ ਤੋਂ ਪਾਸੇ ਲੈ ਜਾਂਦਾ ਹੈ ਕਿ ਡਾਕਟਰ ਅੰਬੇਡਕਰ ਜੀ ਅਤੇ ਡਾਕਟਰ ਮੂੰਜੇ ਦੁਆਰਾ ਤਿਆਰ ਕੀਤਾ ਹੋਇਆ ਫਾਰਮੂਲਾ ਅਤੇ ਬਿਆਨ, ਜਿਸ ਦੇ ਤਿਆਰ ਕਰਨ ਦੀ ਮਿਤੀ 18/6/1936 ਤੋਂ ਲੈ ਕੇ 3 ਦਿਨ ਤੱਕ 21/22/1936 ਹੈ, ਬਾਰੇ ਪਤਾ ਨਹੀਂ ਲੱਗਦਾ ਕਿ ਇਹ ਲਿਖਤ ਹਿੰਦੂ ਮਹਾਸਭਾ ਦੇ ਲੀਡਰਾਂ ਤੇ ਡਾਕਟਰ ਅੰਬੇਡਕਰ ਜੀ ਦੀ ਸਹਿਮਤੀ ਨਾਲ ਸਿੱਖੀਜ਼ਮ ਨੂੰ ਅਪਣਾਉਣ ਦਾ ਆਧਾਰ ਬਣਨਾ ਸੀ, ਜੋ ਡਾਕਟਰ BS ਮੂੰਜੇ ਦੁਆਰਾ ਉਪਰੋਕਤ ਫਾਰਮੂਲੇ ਅਤੇ ਬਿਆਨ ਨੂੰ ਦਿੱਲੀ ਤੋਂ ਚਿੱਠੀ ਰਾਹੀਂ ਰਾਓ ਬਹਾਦਰ MC ਰਾਜਾ ਨੂੰ ਭੇਜਣ ਅਤੇ ਇਸੇ ਰਾਜਾ ਦੁਆਰਾ ਅਣਅਧਿਕਾਰਤ ਤੌਰ ਉੱਤੇ ਪ੍ਰੈਸ ਨੂੰ ਜਾਰੀ ਕਰ ਛਾਇਆ ਕਰਵਾਉਣ ਕਾਰਨ ਹਿੰਦੂਆਂ ਨਾਲ ਗੱਲਬਾਤ ਸਿੱਖੀਜ਼ਮ ਨੂੰ ਅਪਣਾਉਣ ਦੇ ਅਮਲ ਦੇ ਰਾਹ ਵਿੱਚ ਰੁਕਾਵਟ ਬਣ ਬੈਠੀ ਅਤੇ ਡਾਕਟਰ ਅੰਬੇਡਕਰ ਜੀ ਨੇ ਅੱਗੇ ਅਗਸਤ 1936 ਤੋਂ ਲੈ ਕੇ 13 ਜਨਵਰੀ 1937 ਦੇ ਸਮੇਂ ਤੋਂ ਬਾਅਦ ਪੱਕੇ ਤੌਰ ਤੇ ਸਿੱਖੀਜ਼ਮ 'ਚ ਦਿਲਚਸਪੀ ਨਾ ਲਈ। ਪਾਠਕ ਸੋਚ ਸਕਦੇ ਹਨ ਕਿ ਹਿੰਦੂਆਂ ਦੀ ਸਹਿਮਤੀ ਦੀ ਡਾਕਟਰ ਅੰਬੇਡਕਰ ਜੀ ਨੂੰ ਕੀ ਲੋੜ ਸੀ। ਡਾਕਟਰ ਅੰਬੇਡਕਰ ਚਾਹੁੰਦੇ ਸਨ ਕਿ ਅਛੂਤਾਂ ਦੀ ਧਰਮ ਬਦਲੀ ਦਾ ਕਾਰਜ ਅਮਨ ਅਮਾਨ ਨਾਲ ਸਿੱਖੀਜ਼ਮ ਅਪਣਾ ਕੇ ਨੇਪਰੇ ਚਾੜਿਆ ਜਾਵੇ ਅਤੇ ਮੇਰੇ ਲੋਕਾਂ ਦਾ ਕਿਸੇ ਵੀ ਕਿਸਮ ਦਾ ਜਾਨ ਮਾਲ ਦਾ ਨੁਕਸਾਨ ਨਾ ਹੋਵੇ। ਇਸ ਦੀ ਲੋੜ ਇਸ ਕਰਕੇ ਸੀ। ਲੇਖਕ ਦਲਿਤ ਜਾਤੀਆਂ ਦਾ ਸਿੱਖ ਬਣਨ ਦਾ ਫੈਸਲਾ ਤੇ ਮਹਾਤਮਾ ਗਾਂਧੀ ਜੀ ਦਾ ਵਿਰੋਧ। ਸਪਤਾਹਕ ਖਾਲਸਾ ਸਮਾਚਾਰ ਵਿੱਚ ਇਹ ਰਿਪੋਰਟ ਛਪੀ। ਸ਼ਿਮਲਾ 6 ਅਗਸਤ 1936। ਦਲਿਤ ਜਾਤੀਆਂ ਨੂੰ ਕਿਸੇ ਇੱਕ ਧਰਮ ਦੇ ਧਾਰਨ ਸੰਬੰਧੀ ਉਹਨਾਂ ਨੂੰ ਕੀ ਲਾਭ ਹੋਣਗੇ ਅਤੇ ਉਹਨਾਂ ਨੂੰ ਕੀ ਕਦਮ ਉਠਾਉਣਾ ਚਾਹੀਦਾ ਹੈ। ਇਸ ਸੰਬੰਧੀ ਡਾਕਟਰ ਅੰਬੇਡਕਰ ਤੇ ਡਾਕਟਰ ਮੂੰਜੇ ਵਿਚਕਾਰ ਜੋ ਫੈਸਲਾ ਹੋਇਆ, ਮਿਸਟਰ MC ਰਾਜਾ ਨੇ ਵਿਰੋਧਤਾ ਪ੍ਰਗਟ ਕੀਤੀ ਅਤੇ ਮਹਾਤਮਾ ਗਾਂਧੀ, ਪੰਡਤ ਮਦਨ ਮੋਹਨ ਜੀ ਮਾਲਵੀਆ ਤੇ ਮਿਸਟਰ CR ਰਾਜ ਗੋਪਾਲ ਆਚਾਰੀਆ ਨੇ ਜੋ ਤਸਦੀਕ ਕੀਤੀ ਹੈ ਉਹ ਪ੍ਰੈਸ ਵਿੱਚ ਪ੍ਰਕਾਸ਼ਿਤ ਹੋਣ ਲਈ ਦਿੱਤੀ ਗਈ ਹੈ। ਮੂੰਜੇ ਅੰਬੇਡਕਰ ਪੈਕਟ ਵਿੱਚੋਂ ਡਾਕਟਰ ਮੂੰਜੇ ਨੇ 30 ਜੂਨ 1936 ਨੂੰ ਰਾਓ ਬਹਾਦਰ MC ਰਾਜਾ ਨੂੰ ਹੇਠ ਲਿਖੀ ਚਿੱਠੀ ਲਿਖੀ। ਸ਼੍ਰੀਮਾਨ ਜੀਓ, ਬੰਬਈ ਤੋਂ ਕੁਝ ਦੋਸਤਾਂ ਨੇ ਸ਼੍ਰੀਮਾਨ ਸੇਠ ਜੁਗਲ ਕਿਸ਼ੋਰ ਬਿਰਲਾ ਦੇ ਸੱਦੇ ਪਰ ਡਾਕਟਰ ਅੰਬੇਡਕਰ ਨਾਲ ਮੈਨੂੰ 18 ਜੂਨ ਨੂੰ ਬੰਬਈ ਜਾਣ ਦਾ ਅਵਸਰ ਮਿਲਿਆ। ਉੱਥੇ ਡਾਕਟਰ ਅੰਬੇਡਕਰ ਨਾਲ ਮੇਰੀ 3 ਦਿਨ ਲਗਾਤਾਰ ਗੱਲਬਾਤ ਹੁੰਦੀ ਰਹੀ। ਅੰਤ ਵਿੱਚ ਹਿੰਦੂ ਮਤ ਤੋਂ ਉਸ ਦੀ ਬਗਾਵਤ ਨੂੰ ਮੁੱਖ ਰੱਖ ਕੇ ਉਹਨਾਂ ਨੇ ਫੈਸਲੇ ਲਈ ਇੱਕ ਵਿਉਂਤੀ। ਡਾਕਟਰ ਅੰਬੇਡਕਰ ਨੇ ਇਸ ਨੂੰ ਪ੍ਰਵਾਨ ਕਰ ਲਿਆ। ਉਹ ਵਿਉਂਤ ਇਸ ਪ੍ਰਕਾਰ ਹੈ। ਜੇ ਡਾਕਟਰ ਅੰਬੇਡਕਰ ਇਹ ਐਲਾਨ ਕਰ ਦੇਵੇ ਕਿ ਉਹ ਤੇ ਉਸਦੇ ਸਾਥੀ ਇਸਲਾਮ ਤੇ ਈਸਾਈ ਮਤ ਨਾਲੋਂ ਸਿੱਖ ਧਰਮ ਨੂੰ ਵਿਸ਼ੇਸ਼ ਸਮਝ ਕੇ ਧਾਰਨ ਕਰਨਗੇ ਅਤੇ ਉਹ ਦਿਲੋਂ ਹਿੰਦੂਆਂ ਤੇ ਸਿੱਖਾਂ ਨਾਲ ਉਹਨਾਂ ਦੀ ਸੱਭਿਅਤਾ ਤੇ ਸੱਭਿਆਚਾਰ ਦਾ ਪ੍ਰਚਾਰ ਅਤੇ ਦਲਿਤ ਜਾਤੀਆਂ ਨੂੰ ਇਸਲਾਮ ਦੇ ਦਾਇਰੇ ਵਿੱਚ ਲਿਆਉਣ ਲਈ ਮੁਸਲਮਾਨੀ ਲਹਿਰ ਦੀ ਵਿਰੋਧਤਾ ਵਿੱਚ ਉਹਨਾਂ ਦਾ ਸਾਥ ਦੇਣਗੇ, ਤਾਂ ਹਿੰਦੂ ਸਭਾ ਇਸ ਖਿਆਲ ਨਾਲ ਕਿ ਉਹ ਹਿੰਦੂ ਸੱਭਿਆਚਾਰ ਵਿੱਚ ਰਹਿਣਗੇ ਐਲਾਨ ਕਰਦੀ ਹੈ। ਪਹਿਲਾ, ਦਲਿਤ ਜਾਤੀਆਂ ਸਿੱਖ ਮਤ ਧਾਰਨ ਕਰਨ। ਦੂਜਾ, ਦਲਿਤ ਜਾਤੀਆਂ ਵਿੱਚੋਂ ਨਵੇਂ ਬਣੇ ਸਿੱਖ ਸ਼ਡਿਊਲਡ ਜਾਤਾਂ ਵਿੱਚ ਸ਼ਾਮਲ ਰਹਿਣ। ਤੀਜਾ, ਦਲਿਤ ਜਾਤੀਆਂ ਪੂਨਾ ਪੈਕਟ ਰਾਹੀਂ ਮਿਲੇ ਅਧਿਕਾਰਾਂ ਤੋਂ ਲਾਭ ਉਠਾਉਣ। ਬੰਬਈ ਤੋਂ ਮੈਂ ਅੱਜ ਸਵੇਰੇ ਆਇਆ ਹਾਂ ਤਾਂ ਕਿ ਇਸ ਸੰਬੰਧੀ ਵਿਚਾਰ ਕਰ ਸਕਾਂ ਅਤੇ ਇਸ ਤੋਂ ਉਪਰੰਤ ਇਹ ਸਵਾਲ ਹਿੰਦੂ ਮਹਾਸਭਾ ਦੇ ਪੇਸ਼ ਕੀਤਾ ਜਾਵੇ। ਮੈਂ ਯਤਨ ਕਰ ਰਿਹਾ ਹਾਂ ਕਿ ਪੰਡਤ ਮਾਲਵੀਆ ਜੀ ਤੇ ਮਹਾਰਾਜਾ ਪਟਿਆਲਾ ਸਾਹਿਬ ਨੂੰ ਮਿਲਾਂ। ਇਹ ਬੜਾ ਨਾਜ਼ੁਕ ਮਾਮਲਾ ਹੈ, ਇਸ ਲਈ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਇਸ ਗੱਲ ਤੇ ਵਿਚਾਰ ਕਰੋ ਤੇ ਇਸ ਮਾਮਲੇ ਸੰਬੰਧੀ ਆਪਣੀ ਰਾਏ ਪ੍ਰਗਟ ਕਰੋ। ਜਿੰਨਾ ਚਿਰ ਅਸੀਂ ਕੋਈ ਫੈਸਲਾ ਨਾ ਕਰ ਲਈਏ ਇਹ ਮਾਮਲਾ ਗੁਪਤ ਰਹੇਗਾ। ਮੈਂ ਤੁਹਾਡਾ ਉੱਤਰ ਉਡੀਕ ਰਿਹਾ ਹਾਂ। ਮੈਂ ਇੱਥੇ ਡਾਕਟਰ ਅੰਬੇਡਕਰ ਦਾ ਬਿਆਨ ਵੀ ਦੇ ਰਿਹਾ ਹਾਂ ਕਿ ਤੁਸੀਂ ਉਹਨਾਂ ਨੂੰ ਪੜ੍ਹ ਸਕੋ। ਮੈਨੂੰ ਉੱਤਰ ਨਾਗਪੁਰ ਦੇ ਪਤੇ ਦੇ ਦੇਣਾ। ਡਾਕਟਰ ਅੰਬੇਡਕਰ ਦਾ ਬਿਆਨ। ਹਿੰਦੂ ਧਰਮ ਬਦਲਣ ਦੀ ਲਹਿਰ ਤੋਂ ਅਵੇਸਲੇ ਨਹੀਂ ਹੋ ਸਕਦੇ ਕਿਉਂਕਿ ਉਹ ਜ਼ੋਰ ਪਕੜ ਰਹੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦਲਿਤ ਜਾਤੀਆਂ ਧਰਮ ਤਿਆਗਣ ਦਾ ਖਿਆਲ ਛੱਡਣ ਲਈ ਉਹਨਾਂ ਨੂੰ ਪ੍ਰੇਰਿਆ ਜਾ ਸਕੇ ਤਾਂ ਹਿੰਦੂਆਂ ਲਈ ਇਸ ਤੋਂ ਵੱਧ ਖੁਸ਼ੀ ਦੀ ਹੋਰ ਕੀ ਗੱਲ ਹੋ ਸਕਦੀ ਹੈ। ਜੋ ਹਿੰਦੂ ਇਹ ਨਾ ਕਰ ਸਕਣ ਤਾਂ ਉਹਨਾਂ ਨੂੰ ਇਸ ਕਦਮ ਨਾਲ ਸੰਬੰਧ ਰੱਖਣਾ ਚਾਹੀਦਾ ਹੈ ਜੋ ਕਿ ਦਲਿਤ ਜਾਤੀਆਂ ਨੇ ਪੁੱਟਣਾ ਹੈ
क्योंकि उन्हां दे कदम ने हिंदू जाति ते बड़ा असर पाउणा है ते देश दी किस्मत भी इस दे असर तो बच नहीं सकदी। जे उन्हां नूं नहीं मनाया जा सकदा तां जो अछूत अजिहे धर्म नूं धारण कर लैण जिस नाल हिंदू मत नूं बहुत घੱਟ नुकसान होवे तां हिंदुआं नूं उस दी सहायता करनी चाहीदी है। यह गल बड़ी औखी है कि दलित जातियां कोई नवां धर्म चला लैण भी विसवे ओह मौजूदा धर्मां विचों किसी एक नूं धारण करनगे। इस वेले पहला सवाल तो यह है कि अछूत किहड़ा धर्म धारण करनगे। यह गल स्पष्ट है कि जो उन्हां लई वधेरे लाभदायक साबित होवेगा। 3 मजहब हैं जिन्हां विचों एक नूं अछूत अपना सकते हैं, इस्लाम, ईसाई मत, सिख मत। मुकाबले विच इस्लाम जापदा है कि वह अछूतां दीआं सारियां लोड़ां पूरीआं कर सकदा है। मायक तौर ते इस्लाम पास माया दे बेगिणत वसीले हैं। भाईचारक तौर ते वह हिंदुस्तान तो फैले हुए हैं। हर सूबे विच मुसलमान ते नवें बने मुसलमानां नूं हर तरह की सहायता दे सकते हैं। राजसी तौर ते दलित जातियां नूं वह सारियां रियायतां मिलणगियां जो मुसलमानां नूं मिलियां होईयां हन। ईसाई मत विच कोई घट खिच नहीं। जे हिंदुस्तानी ईसाइयां की गिणती इतनी थोड़ी है कि अछूतां नूं ईसाई बनाउण लई उन्हां पास रुपया भेजणगे जे उन्हां नूं यह पता लग जाए कि अछूत ईसाई बनण नूं तैयार हैं। भाईचारक तौर ते ईसाइयां की गिणती इतनी थोड़ी है कि वह किसी तरह की सहायता नहीं कर सकते, पर ईसाइयां की पिठ ते सरकार है। राजसी तौर ते ईसाई मत उन्हां नूं सारियां रियायतां देवेगा जो इस्लाम दे सकदा है। मुसलमानां वांगू ईसाइयां नूं कौंसलां ते नौकरियां विच खास हक दिते गए हैं। सिख धर्म, ईसाई ते इस्लाम दे मुकाबले विच सिख मत विच थोड़ी खिच है। यह 40 लाख गिणती की छोटी जही कौम है जिस पास काफ़ी रुपया नहीं। भाईचारक तौर ते वह दलित जातियां लई सहायकारी साबित नहीं हो सकता। वह पंजाब तक महदूद है अते अछूतां नूं वह किसी प्रकार की सहायता नहीं दे सकता। राजसी तौर ते ईसाइयां ते मुसलमानां नालों घाटे पुर हैं। पंजाब तो बाहर कौंसल ते नौकरियां विच सिखां दी कोई हक नहीं मन्निया गया। दूजा सवाल इन्हां तिन्नां धर्मां नूं हिंदू नुक्ते तो वेखना है, किहड़ा चंगा है, इस्लाम, ईसाई मत जां सिख मत। यह गल प्रगट है कि सिख धर्म चंगा है। जे अछूत इस्लाम जां ईसाई मत धारण कर लैण तां ओह ना केवल हिंदू धर्म विचों निकल जांदे हन बल्कि हिंदू सभ्याचार नूं छड्ड जाणगे। दूजे पासे जे ओह सिख रहण तां ओह हिंदू सभ्याचार नूं नहीं छड्ड सकणगे। यह हिंदुआं नूं भारी लाभ है। धर्म की तब्दीली का जो असर देश ते होना है उसनूं दिलों नहीं भुलाउणा चाहीदा। इस्लाम ते ईसाई मत विच तब्दीली दलित जातियां नूं खिंडा देणगीਆਂ। जे वह मुसलमान बन जाण मुसलमानां की गिणती दूनी हो जाएगी अते मुस्लिम ताकत का खतरा सच हो जाएगा। जे वह ईसाई बन जाणगे उन्हां दी गिणती 5 ਤੋਂ 6 करोड़ हो जाएगी। यह गल बरतानवी राज नूं हिंदुस्तान विच पक्किया करेगी। दूजे पासे जो वह सिख बन जाण तां ओह ना केवल देश लई हानिकारक साबित नहीं होणगे बल्कि देश की किस्मत नूं बनाउण विच सहाई होणगे अते उन्हां दी कौमीयत भी कायम रहेगी। दूजे पासे वह देश की राजसी उन्नति विच भी सहाई होणगे। इसलिए देश के भले ते उन्नति लई जो अछूत कोई धर्म धारण करना चाहुंदे हन तां ओह सिख बन जाण। राजसी औकड़ां, तीजा सवाल यह है कि अछूतां दा सिख बनना हिंदुआं लई लाभदायक है। कि हिंदू इस्लाम ते ईसाई मत वांग सिख मत नूं भी महानता देना चाहुंदे हन? जे उत्तर हाँ विच है तां उन्हां नूं यतन करना चाहिदा है कि सिख बनन विच इस्लाम ते ईसाई मत दे मुकाबले विच जो औकड़ां हन उन्हां नूं दूर कीता जावे। घाटा माली, भाईचारक ते राजसी है। भाईचारक औकड़ां नूं हटाउण लई हिंदू सिखां दी सहायता नहीं कर सकदे, परंतु माली ते राजसी औकड़ां नूं दूर करन लई ओह काफ़ी सहायता दे सकदे हन। इन्हां विच राजसी औकड़ां दा दूर करना अति जरूरी है क्योंकि यह सिखां दे राह विच भारी रुकावट है। यह राजसी औकड़ दा हल बिल्कुल सधारण है। पंजाब तो छुट सारियां सूबियां विच अछूतां दा नां सिख शब्द लिखिया जावे ते अजिहा करन विच जो हक उसनूं अछूत रहण विच दिते गए हैं उन्हां तो वह वंचित ना होवे। फिरकू फैसले अनुसार फिरकिਆਂ ਨੂੰ आज़ादी दिती गई है कि वह आपो विच रल के कोई फैसला कर लैण। इस तरह यह तब्दीली भी आपो विच दी सलाह मशवरे नाल हो सकती है। इस नाल पूना पैक्ट विच कोई खास तब्दीली नहीं हुंदी। पूना पैक्ट अनुसार अछूतां नूं दित्तियां गईयां सीटां उवें ही रहणगीਆਂ। केवल फर्क यह होवेगा कि सिख सजे होए अछूत ते दूजे अछूत आपो विच मुकाबला कर सकणगे। इस तरह केवल सिख सजे अछूतां तो एक पाबंदी हटाउणी है।
ਵਿਚਾਰ ਗੋਚਰੇ ਸਵਾਲ। ਜਿਹੜੇ ਹਿੰਦੂ ਇਸ ਤਜਵੀਜ਼ ਦੀ ਵਿਰੋਧਤਾ ਕਰਦੇ ਹਨ ਉਹਨਾਂ ਨੂੰ ਹੇਠ ਲਿਖੇ ਸਵਾਲਾਂ ਦਾ ਉੱਤਰ ਦੇਣਾ ਚਾਹੀਦਾ ਹੈ। ਪਹਿਲਾ, ਪੂਨਾ ਪੈਕਟ ਅਨੁਸਾਰ ਜੋ ਸੀਟਾਂ ਦਲਿਤ ਜਾਤੀਆਂ ਨੂੰ ਮਿਲੀਆਂ ਹੋਈਆਂ ਹਨ ਉਹ ਹਿੰਦੂਆਂ ਨੂੰ ਵਾਪਸ ਨਹੀਂ ਮਿਲ ਸਕਦੀਆਂ। ਉਹ ਜਾਂ ਮੁਸਲਮਾਨਾਂ ਕੋਲ ਤੇ ਜਾਂ ਈਸਾਈਆਂ ਕੋਲ ਜਾਣਗੀਆਂ ਤੇ ਉਹ ਮੁਸਲਮਾਨ ਜਾਂ ਈਸਾਈ ਬਣ ਜਾਣ, ਕਿਉਂਕਿ ਜੇ ਦਲਿਤ ਜਾਤੀਆਂ ਦੇ ਉਹਨਾਂ ਵਿੱਚ ਸ਼ਾਮਲ ਹੋਣ ਨਾਲ ਉਹਨਾਂ ਦੀ ਗਿਣਤੀ ਵੱਧ ਗਈ ਤਾਂ ਕੁਦਰਤੀ ਗੱਲ ਹੈ ਕਿ ਉਹ ਕੌਂਸਲਾਂ ਵਿੱਚ ਵਧੇਰੇ ਪ੍ਰਤੀਨਿਧਤਾ ਦੀ ਮੰਗ ਕਰਨਗੇ। ਜੇ ਇਹ ਸੀਟਾਂ ਜਾਣੀਆਂ ਹੀ ਹਨ ਤਾਂ ਉਹ ਸਿੱਖਾਂ ਕੋਲ ਕਿਉਂ ਨਾ ਜਾਣ। ਦੂਜਾ, ਜੇ ਨਵੀਂ ਰਾਜ ਬਣਤਰ ਅਨੁਸਾਰ ਦਲਿਤ ਜਾਤੀਆਂ ਮੁਸਲਮਾਨ ਜਾਂ ਈਸਾਈ ਬਣਨ ਨਾਲ ਤਾਂ ਰਾਜਸੀ ਹੱਕ ਲੈਣ ਪਰ ਸਿੱਖ ਬਣਨ ਪਰ ਦਲਿਤ ਜਾਤੀਆਂ ਨੂੰ ਉਹਨਾਂ ਦੇ ਰਾਜਸੀ ਹੱਕਾਂ ਤੋਂ ਕਿਉਂ ਵੰਚਿਤ ਕੀਤਾ ਜਾਵੇ। ਇਹ ਤਾਂ ਇਸਲਾਮ ਤੇ ਈਸਾਈ ਬਣਨ ਵਿੱਚ ਸਹਾਇਤਾ ਹੈ ਤੇ ਸਿੱਖ ਬਣਨ ਲਈ ਇੱਕ ਤਰ੍ਹਾਂ ਦੀ ਸਜ਼ਾ। ਇਹ ਗੱਲ ਦਲਿਤ ਜਾਤੀਆਂ ਨੂੰ ਈਸਾਈਆਂ ਵੱਲ ਖਿੱਚ ਰਹੀ ਹੈ। ਕੀ ਅਜਿਹੀ ਗੱਲ ਦਾ ਹੋਣਾ ਹਿੰਦੂ ਲਾਭਾਂ ਲਈ ਲਾਭਦਾਇਕ ਹੈ? ਤੀਜਾ, ਇਹ ਹੋ ਸਕਦਾ ਹੈ ਕਿ ਸਿੱਖ ਬਣਨ ਪਰ ਦਲਿਤ ਜਾਤੀਆਂ ਉਹਨਾਂ ਰਾਜਸੀ ਹੱਕਾਂ ਤੋਂ ਵੰਚਿਤ ਨਹੀਂ ਹੋ ਸਕਦੀਆਂ, ਕਿਉਂਕਿ ਪੂਨਾ ਪੈਕਟ ਅਨੁਸਾਰ ਕੌਂਸਲਾਂ ਵਿੱਚ ਉਹਨਾਂ ਦੇ ਪ੍ਰਤੀਨਿਧਤਾ ਹੋਣ ਪਰ ਨਿਰਭਰ ਨਹੀਂ ਰੱਖਦੀ। ਉਹਨਾਂ ਦੀ ਪ੍ਰਤੀਨਿਧਤਾ ਤਾਂ ਖਾਸ ਜਾਤਾਂ ਤੇ ਫਿਰਕਿਆਂ ਪਰ ਨਿਰਭਰ ਰੱਖਦੀ ਹੈ। ਪਰ ਸਿੱਖਾਂ ਨੂੰ ਸ਼ਿਕਾਇਤ ਦਾ ਮੌਕਾ ਦੇ ਕੇ ਹਿੰਦੂਆਂ ਵਿਰੁੱਧ ਕਿਉਂ ਗੰਦਾ ਖੂਨ ਪੈਦਾ ਕੀਤਾ ਜਾਵੇ। ਚੌਥਾ, ਇਹ ਤਜਵੀਜ਼ ਕਿ ਅੱਡ-ਅੱਡ ਸੂਬਿਆਂ ਵਿੱਚ ਰਾਜਸੀ ਹੱਕਾਂ ਲਈ ਸਿੱਖਾਂ ਦੀ ਗਿਣਤੀ ਵਧਾਉਣੀ ਅਜੀਬ ਤਜਵੀਜ਼ ਨਹੀਂ ਕਹੀ ਜਾ ਸਕਦੀ। ਜੇ ਪੰਜਾਬ ਦੇ ਸਿੱਖ ਰਾਜਸੀ ਹੱਕਾਂ ਲਈ ਪ੍ਰਵਾਨ ਕੀਤੇ ਜਾ ਸਕਦੇ ਹਨ ਤਾਂ ਦੂਜੇ ਸੂਬਿਆਂ ਵਿੱਚ ਸਿੱਖਾਂ ਦਾ ਇਹ ਹੱਕ ਕਿਉਂ ਖੋਇਆ ਜਾਵੇ। ਜੇ ਪੰਜਾਬ ਦੀਆਂ ਛੂਤ ਜਾਤੀਆਂ ਸਿੱਖ ਬਣ ਕੇ ਹੱਕ ਨਹੀਂ ਗਵਾ ਸਕਦੀਆਂ ਤਾਂ ਦੂਜੇ ਸੂਬਿਆਂ ਵਿੱਚ ਦਲਿਤ ਜਾਤੀਆਂ ਕਿਵੇਂ ਵੰਚਿਤ ਹੋ ਸਕਦੀਆਂ ਹਨ। ਡਾਕਟਰ ਅੰਬੇਡਕਰ। ਗਾਂਧੀ ਜੀ ਨੇ ਦਲਿਤ ਜਾਤੀਆਂ ਦੀ ਸਿੱਖ ਬਣਨ ਵਾਲੀ ਤਜਵੀਜ਼ ਦੀ ਮੁਖਾਲਫਤ ਕੀਤੀ। ਮਿਸਟਰ MC ਰਾਜਾ ਨੇ ਪ੍ਰੈਸ ਨੂੰ ਬਿਆਨ ਦਿੱਤਾ, ਮੈਂ ਡਾਕਟਰ ਅੰਬੇਡਕਰ ਦੀ ਤਜਵੀਜ਼ ਸੰਬੰਧੀ ਕਿ ਦਲਿਤ ਜਾਤੀਆਂ ਹਿੰਦੂ ਧਰਮ ਤਿਆਗ ਕੇ ਕੋਈ ਹੋਰ ਧਰਮ ਧਾਰਨ ਕਰ ਲੈਣ ਆਪਣੇ ਖਿਆਲ ਪ੍ਰਗਟ ਕਰ ਚੁੱਕਾ ਹਾਂ। ਮੈਂ ਮਜ਼ਹਬ ਦੀ ਤਬਦੀਲੀ ਤੇ ਇੱਕ ਕੌਮ ਵਿੱਚੋਂ ਦੂਜੀ ਵਿੱਚ ਭਾਈਚਾਰਕ, ਆਰਥਿਕ ਜਾਂ ਰਾਜਸੀ ਕਾਰਨਾਂ ਕਰਕੇ ਬਦਲ ਜਾਣ ਵਿੱਚ ਫਰਕ ਸਮਝਦਾ ਹਾਂ। ਪਿਆਰੇ ਡਾਕਟਰ ਮੂੰਝੇ, ਤੁਸੀਂ ਸਾਰੇ ਮਾਮਲੇ ਨੂੰ ਡਾਕਟਰ ਅੰਬੇਡਕਰ ਦੀ ਤਜਵੀਜ਼ ਦੇ ਖਿਆਲ ਤੋਂ ਵੇਖ ਰਹੇ ਹੋ, ਜੋ ਕਿ ਫਿਰਕੂ ਤਬਦੀਲੀ ਹੈ, ਨਾ ਕਿ ਮਜ਼ਹਬੀ ਤਬਦੀਲੀ। ਹਰ ਇੱਕ ਆਦਮੀ ਹਿੰਦੂ ਮਹਾਸਭਾ ਦੇ ਪ੍ਰਧਾਨ ਤੋਂ ਇਹ ਆਸ ਰੱਖਦਾ ਹੈ ਕਿ ਉਹ ਇਸ ਨੂੰ ਧਾਰਮਿਕ ਸਵਾਲ ਸਮਝੇ ਅਤੇ ਇਸ ਨੂੰ ਕੇਵਲ ਰਾਜਸੀ ਸਵਾਲ ਹੀ ਨਾ ਸਮਝੇ। ਹਿੰਦੂ ਮਹਾਸਭਾ ਦੇ ਪ੍ਰਧਾਨ ਹੋਣ ਦੀ ਹੈਸੀਅਤ ਵਿੱਚ ਤੁਹਾਥੋਂ ਇਹ ਆਸ ਕੀਤੀ ਜਾਂਦੀ ਸੀ ਕਿ ਤੁਸੀਂ ਦਲਿਤ ਜਾਤੀਆਂ ਤੋਂ ਸ਼ਹਿਰੀ ਤੇ ਭਾਈਚਾਰਕ ਪਾਬੰਦੀਆਂ ਹਟਾ ਕੇ ਉਹਨਾਂ ਦੀ ਹਾਲਤ ਨੂੰ ਸੁਧਾਰੋ। ਮੰਦਰਾਂ ਵਿੱਚ ਪੂਜਾ ਪਾਠ ਦੀ ਖੁੱਲ੍ਹ ਦੇਣ ਸੰਬੰਧੀ ਤਾਂ ਗੱਲ ਹੀ ਕੀ ਕਰਨੀ ਹੈ। ਇਸ ਤੋਂ ਛੁੱਟ ਤੁਹਾਡਾ ਇਹ ਫਰਜ਼ ਹੈ ਕਿ ਮਹਾਤਮਾ ਗਾਂਧੀ ਜੀ ਵੱਲੋਂ ਚਲਾਈ ਹਰੀਜਨ ਲਹਿਰ ਨੂੰ ਅਗਾਂਹ ਵਧਾਇਆ ਜਾਵੇ। ਇਹ ਕੁਝ ਕਰਨ ਦੀ ਥਾਂ ਤੁਸੀਂ ਕੀ ਕਰ ਰਹੇ ਹੋ? ਤੁਸੀਂ ਦਲਿਤ ਜਾਤੀਆਂ ਨੂੰ ਟੁਕੜੇ-ਟੁਕੜੇ ਕਰ ਰਹੇ ਹੋ ਅਤੇ ਮਜ਼ਹਬੀ ਤੌਰ ਤੇ ਤੁਸੀਂ ਉਹਨਾਂ ਨੂੰ ਸਿੱਖਾਂ ਨਾਲ ਗੰਢ ਰਹੇ ਅਤੇ ਰਾਜਸੀ ਤੌਰ ਤੇ ਉਹਨਾਂ ਨੂੰ ਹਿੰਦੂ ਰੱਖ ਰਹੇ ਹੋ। ਇਹ ਸਾਰਾ ਤਾਣਾ ਮੈਨੂੰ ਦਲਿਤ ਜਾਤੀਆਂ ਦੇ ਲਾਭ ਲਈ ਨਹੀਂ ਦੱਸਦਾ। ਦੂਜੇ ਪਾਸੇ ਇਹ ਹਿੰਦੂ ਤੇ ਸਿੱਖਾਂ ਦੇ ਫਿਰਕੂ ਲਾਭਾਂ ਲਈ ਤਜਵੀਜ਼ ਕੀਤੀ ਗਈ ਹੈ। ਅਸੀਂ ਆਪਣੇ ਆਪ ਨੂੰ ਮਜ਼ਬੂਤ ਕੌਮ ਚਾਹੁੰਦੇ ਹਾਂ ਜੋ ਆਜ਼ਾਦੀ ਨਾਲ ਹਰ ਤਰ੍ਹਾਂ ਆਪਣੇ ਆਪ ਨੂੰ ਆਪਣੇ ਪੈਰਾਂ ਤੇ ਖੜੀ ਰਹੇ। ਇਹ ਪੋਜੀਸ਼ਨ ਅਸੀਂ ਤਾਂ ਹੀ ਰੱਖ ਸਕਦੇ ਹਾਂ ਕਿ ਅਸੀਂ ਹਿੰਦੂ ਹੀ ਰਹੀਏ ਅਤੇ ਇਸ ਵਿੱਚ ਅਜਿਹਾ ਸੁਧਾਰ ਕੀਤਾ ਜਾਵੇ ਤਾਂ ਕਿ ਜੀਵਨ ਆਰਾਮ ਦੇਣ ਵਾਲਾ ਹੋ ਜਾਵੇ। ਸਾਡਾ ਭਾਵ ਇਹ ਨਹੀਂ ਹੋਣਾ ਚਾਹੀਦਾ ਕਿ ਅਸੀਂ ਹਿੰਦੂਆਂ ਨੂੰ ਕਮਜ਼ੋਰ ਕਰ ਦਈਏ, ਬਲਕਿ ਸਾਨੂੰ ਹਿੰਦੂਆਂ ਨੂੰ ਇਸ ਸੁਧਾਰ ਕਰਕੇ ਤਾਕਤਵਰ ਬਣਾਉਣਾ ਚਾਹੀਦਾ ਹੈ। ਅਸੀਂ ਇਹ ਨਹੀਂ ਚਾਹੁੰਦੇ ਕਿ ਫਿਰਕੂ ਝਗੜੇ ਤੇ ਮੁਕਾਬਲੇ ਦੀ ਖੇਡ ਵਿੱਚ ਪਿਆਦਿਆਂ ਦੀ ਹੈਸੀਅਤ ਵਿੱਚ ਹੀ ਹੋਈਏ। ਤੁਹਾਡੀ ਤਜਵੀਜ਼ ਵਿੱਚ ਹਿੰਦੂ, ਸਿੱਖਾਂ ਤੇ ਮੁਸਲਮਾਨਾਂ ਦੀ ਚੋਣ ਸੰਬੰਧੀ ਕਿਸਮਤ ਪਾਈ ਜਾਂਦੀ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਹਿੰਦੂ ਮਤ ਵਿੱਚੋਂ ਤਬਦੀਲ ਹੋ ਜਾਈਏ ਤਾਂ ਇਸ ਫਿਰਕੂ ਤਬਦੀਲੀ ਦਾ ਜਿਹੜਾ ਵਧੇਰੇ ਮੁੱਲ ਦੇਵੇਗਾ ਉੱਧਰ ਜਾਣ ਲਈ ਆਜ਼ਾਦ ਹੋਣਗੇ। ਫਿਰ ਅਸੀਂ ਮੁਸਲਮਾਨਾਂ ਦੇ ਵਿਰੁੱਧ ਕਿਉਂ ਹੋਈਏ? ਉਹ ਵੀ ਸਾਡੇ ਉਸੇ ਤਰ੍ਹਾਂ ਭਰਾ ਹਨ ਜਿਵੇਂ ਹਿੰਦੂ ਤੇ ਸਿੱਖ। ਜੋ ਸਾਰੇ ਅਛੂਤ ਸਿੱਖ ਬਣ ਜਾਣ ਤਾਂ ਪੰਜਾਬ ਵਾਂਗ ਹਰ ਥਾਂ ਸਿੱਖ, ਹਿੰਦੂ ਤੇ ਮੁਸਲਮਾਨ ਦਾ ਸਵਾਲ ਖੜਾ ਹੋ ਜਾਵੇਗਾ। ਮਜ਼ਹਬ ਦੀ ਤਬਦੀਲੀ ਦੀ ਇਹ ਤਜਵੀਜ਼ ਦੱਖਣ ਵਿੱਚ ਕੋਈ ਖਾਸ ਅਸਰ ਨਹੀਂ ਰੱਖਦੀ। ਅਸੀਂ ਪੂਰਾ ਪੈਕਟ ਅਨੁਸਾਰ ਕੰਮ ਕਰਨ ਪਰ ਸੰਤੁਸ਼ਟ ਹਾਂ। ਕੁਝ ਸੀਟਾਂ ਸਾਡੀਆਂ ਰਿਜ਼ਰਵ ਹਨ ਤੇ ਕੁਝ ਅਸੀਂ ਹਿੰਦੂ ਰਹਿ ਕੇ ਮੁਕਾਬਲੇ ਨਾਲ ਲੈ ਸਕਦੇ ਹਾਂ। ਇਸ ਲਈ
ਮੈਂ ਅਜਿਹੇ ਰਾਜਸੀ ਸੌਦਿਆਂ ਦਾ ਹਾਮੀ ਨਹੀਂ। ਮੈਂ ਹਿੰਦੂ ਮਹਾਸਭਾ ਨੂੰ ਜ਼ੋਰ ਦੇਵਾਂਗਾ ਕਿ ਉਹ ਅਜਿਹੇ ਹਾਲਾਤ ਪੈਦਾ ਕਰੇ ਜਿਸ ਨਾਲ ਕਿ ਅਛੂਤ ਹਿੰਦੂ ਮਤ ਵਿੱਚ ਹੀ ਰਹਿਣ। ਮਿਸਟਰ ਰਾਜਾ ਨੇ ਇਹ ਤਜਵੀਜ਼ ਨਾਲ ਵਿਰੋਧਤਾ ਪ੍ਰਗਟ ਕਰਦੇ ਹੋਏ ਮਹਾਤਮਾ ਗਾਂਧੀ, ਪੰਡਿਤ ਮਾਲਵੀਆ ਅਤੇ ਰਾਜ ਗੋਪਾਲ ਆਚਾਰੀਆ ਨਾਲ ਲਿਖਾ ਪੜ੍ਹੀ ਕੀਤੀ, ਜਿਸ ਦੇ ਉੱਤਰ ਵਿੱਚ ਉਪਰੋਕਤ ਤਿੰਨਾਂ ਮੁਖੀਆਂ ਨੂੰ ਅਛੂਤਾਂ ਦੇ ਹਿੰਦੂ ਧਰਮ ਛੱਡਣ ਦੀ ਤਜਵੀਜ਼ ਨਾਲ ਅਸਹਿਮਤੀ ਪ੍ਰਗਟ ਕਰਦੇ ਹੋਏ ਮਿਸਟਰ ਰਾਜਾ ਦੇ ਖਿਆਲਾਂ ਨਾਲ ਸੰਮਤੀ ਪ੍ਰਗਟ ਕੀਤੀ। ਮਹਾਤਮਾ ਗਾਂਧੀ ਜੀ ਦੇ ਰਵੱਈਏ ਦੇ ਖਿਲਾਫ ਡਾਕਟਰ ਅੰਬੇਡਕਰ ਦਾ ਪ੍ਰੋਟੈਸਟ। 13 ਅਗਸਤ 1936 ਵਾਲੇ ਖਾਲਸਾ ਸੇਵਕ ਅਖਬਾਰ ਵਿੱਚ ਛਪੀ ਰਿਪੋਰਟ। ਬੰਬਈ 10 ਅਗਸਤ ਡਾਕਟਰ ਅੰਬੇਡਕਰ ਨੇ API ਨੂੰ ਡਾਕਟਰ ਮੂੰਜੇ ਨਾਲ ਹੋਈ ਚਿੱਠੀ ਪੱਤਰ ਸੰਬੰਧੀ ਇੱਕ ਬਿਆਨ ਦਿੱਤਾ ਹੈ ਤੇ ਮਿਸਟਰ ਰਾਜਾ ਵੱਲੋਂ ਡਾਕਟਰ ਮੂੰਜੇ ਦੀ ਆਗਿਆ ਤੋਂ ਬਿਨਾਂ ਉਸ ਚਿੱਠੀ ਪੱਤਰ ਤੇ ਪ੍ਰਕਾਸ਼ਿਤ ਕੀਤੇ ਜਾਣ ਸੰਬੰਧੀ ਸਖਤ ਰੋਸ ਪ੍ਰਗਟ ਕੀਤਾ ਹੈ। ਉਕਤ ਚਿੱਠੀ ਪੱਤਰ ਅਛੂਤਾਂ ਦੇ ਸਿੱਖ ਧਰਮ ਇਖਤਿਆਰ ਕਰਨ ਬਾਰੇ ਸੀ ਤੇ ਜਦ ਤੱਕ ਕੋਈ ਫੈਸਲਾ ਨਾ ਹੋਵੇ ਡਾਕਟਰ ਮੂੰਜੇ ਦੀ ਇਸ ਨੂੰ ਗੁਪਤ ਰੱਖਣ ਦੀ ਚਾਹਨਾ ਸੀ। ਡਾਕਟਰ ਅੰਬੇਡਕਰ ਨੇ ਪ੍ਰਗਟ ਕੀਤਾ ਹੈ ਕਿ ਮਿਸਟਰ ਰਾਜਾ ਦੀ ਅਛੂਤਾਂ ਵਿੱਚ ਕੋਈ ਪੋਜੀਸ਼ਨ ਨਹੀਂ ਤੇ ਮੈਂ ਮਿਸਟਰ ਰਾਜਾ ਦੇ ਬਿਆਨ ਦੀ ਕੁਝ ਕੀਮਤ ਨਹੀਂ ਸਮਝਦਾ। ਮਿਸਟਰ ਰਾਜਾ ਮੇਰਾ ਵਿਰੋਧੀ ਹੈ ਤੇ ਇਸ ਵਿਰੋਧ ਦਾ ਕਾਰਨ ਇਹ ਹੈ ਕਿ ਮੈਨੂੰ ਗੋਲਮੇਜ਼ ਕਾਨਫਰੰਸ ਵਿੱਚ ਚੁਣਿਆ ਗਿਆ ਤੇ ਮਿਸਟਰ ਰਾਜਾ ਤੇ ਸ਼੍ਰੀ ਨਿਵਾਸਨ ਨੂੰ ਕਿਸੇ ਪੁੱਛਿਆ ਵੀ ਨਾ। ਜੇ ਮਿਸਟਰ ਰਾਜਾ ਜਿਹਾ ਕਿ ਉਸਨੇ ਐਲਾਨ ਕੀਤਾ ਹੈ ਹਿੰਦੂ ਰਹਿਣਾ ਤੇ ਹਿੰਦੂ ਮਰਨਾ ਚਾਹੁੰਦਾ ਹਾਂ, ਫਿਰ ਉਹ ਹਰੀਜਨਾਂ ਲਈ ਕੌਂਸਲਾਂ ਵਿੱਚ ਰਾਖਵੀਆਂ ਸੀਟਾਂ ਦੀ ਕਿਉਂ ਇੱਛਾ ਰੱਖਦਾ ਹੈ। ਮਹਾਤਮਾ ਗਾਂਧੀ ਜੀ ਦੇ ਖਿਆਲ ਸੰਬੰਧੀ ਡਾਕਟਰ ਅੰਬੇਡਕਰ ਨੇ ਪ੍ਰਗਟ ਕੀਤਾ ਹੈ ਕਿ ਅਛੂਤਾਂ ਜੋ ਫੈਸਲਾ ਕੀਤਾ ਹੈ, ਮਹਾਤਮਾ ਗਾਂਧੀ ਤੇ ਪੰਡਿਤ ਮਾਲਵੀਆ ਇਸ ਸਬੰਧ ਵਿੱਚ ਕੋਈ ਗਿਲਾ ਕਰਨ ਦਾ ਹੱਕ ਨਹੀਂ ਰੱਖਦੇ। ਮਿਸਟਰ ਗਾਂਧੀ ਪੂਨਾ ਸਮਝੌਤੇ ਸਮੇਂ ਕੀਤੇ ਵਾਅਦੇ ਨੂੰ ਕਿ ਅਛੂਤਾਂ ਦੇ ਸੁਧਾਰ ਲਈ ਬਹੁਤ ਕੁਝ ਕੀਤਾ ਜਾਵੇਗਾ ਪਾਲਣ ਵਿੱਚ ਬੁਰੀ ਤਰ੍ਹਾਂ ਫੇਲ ਹੋਇਆ ਹੈ। ਮਿਸਟਰ ਗਾਂਧੀ ਕਹਿੰਦਾ ਹੈ ਕਿ ਉਹ ਮੇਰੀ ਪੋਜੀਸ਼ਨ ਸਮਝਣ ਤੋਂ ਅਸਮਰੱਥ ਹੈ। ਮੈਂ ਇਸ ਗੱਲ ਪਰ ਹੈਰਾਨ ਨਹੀਂ, ਮੈਂ ਖੁਦ ਉਸ ਦੀ ਪੋਜੀਸ਼ਨ ਸਮਝਣ ਤੋਂ ਅਸਮਰੱਥ ਹਾਂ ਜਦ ਉਹ ਕਹਿੰਦਾ ਹੈ ਕਿ ਅਛੂਤ ਉਧਾਰ ਦਾ ਸਵਾਲ ਮੇਰੇ ਸਾਹਮਣੇ ਇੱਕ ਅਜਿਹਾ ਸਵਾਲ ਹੈ ਜਿਸ ਦਾ ਹੋਰ ਕਿਸੇ ਗੱਲ ਨਾਲ ਸੰਬੰਧ ਨਹੀਂ ਹੈ। ਮੈਂ ਸਮਝਦਾ ਹਾਂ ਕਿ ਇਹ ਇੱਕ ਅਜਿਹੀ ਬੋਲੀ ਹੈ ਜੋ ਇੱਕ ਆਰਫ ਹੀ ਦੂਜੇ ਆਰਫ ਲਈ ਵਰਤ ਸਕਦਾ ਹੈ, ਪਰ ਮੇਰੇ ਜਿਹੇ ਨਾਲ ਜੋ ਕਿ ਅਸਲੀ ਜ਼ਿੰਦਗੀ ਤੋਂ ਜਰਾ ਵੀ ਲਾਂਭੇ ਜਾਣ ਲਈ ਤਿਆਰ ਨਹੀਂ ਵਰਤ ਸਕਦਾ। ਇਹ ਸੌਦਾ ਨਹੀਂ। ਜਦ ਮਹਾਤਮਾ ਗਾਂਧੀ ਕਹਿੰਦਾ ਹੈ ਕਿ ਸੌਦਾ ਨਹੀਂ ਕੀਤਾ ਜਾ ਸਕਦਾ, ਤਦ ਮੇਰਾ ਜਵਾਬ ਇਹ ਹੈ ਕਿ ਹੁਣ ਉਸ ਦੀ ਇਹ ਦਲੀਲ ਕੋਈ ਅਰਥ ਨਹੀਂ ਰੱਖਦੀ। ਪੂਨਾ ਸਮਝੌਤੇ ਵੇਲੇ ਉਸ ਮਹਾਤਮਾ ਗਾਂਧੀ ਨੇ ਸਾਰਾ ਮਾਮਲਾ ਹੀ ਸੌਦੇ ਤੱਤ ਨਜਿੱਠਿਆ। ਇਸ ਵੇਲੇ ਜਦ ਕਿ ਇਹਨਾਂ ਲੋਕਾਂ ਦੀ ਰੋਟੀ ਤੇ ਮੁੱਢਲੇ ਹੱਕ ਹਾਸਲ ਕਰਨ ਦਾ ਸਵਾਲ ਹੈ, ਇਹ ਕਹਿਣਾ ਕਿ ਉਹ ਰੂਹਾਨੀਅਤ ਤੱਕ ਹੀ ਗੁਜ਼ਾਰਾ ਕਰਨ ਬਹੁਤ ਪਛੇਤਾ ਹੈ। ਮੈਂ ਚਾਹੁੰਦਾ ਹਾਂ ਕਿ ਇਹ ਗੱਲ ਸਾਫ਼ ਹੋ ਜਾਵੇ ਕਿ ਇਸ ਵੇਲੇ ਜੇ ਕੋਈ ਵੀ ਹਿੰਦੂ ਲੀਡਰ ਅਛੂਤਾਂ ਸੰਬੰਧੀ ਦਿਲਚਸਪੀ ਪ੍ਰਗਟ ਕਰ ਰਿਹਾ ਹੈ, ਉਹ ਕੋਈ ਵੀ ਅਸਲ ਬਿਮਾਰੀ ਦਾ ਇਲਾਜ ਕਰਨ ਲਈ ਤਿਆਰ ਨਹੀਂ ਹੈ। ਮਿਸਟਰ ਗਾਂਧੀ ਕਹਿੰਦਾ ਹੈ ਕਿ ਅਛੂਤਪਨ ਨੂੰ ਦੂਰ ਕਰਨ ਦਾ ਸਵਾਲ ਇੱਕ ਅਜਿਹਾ ਸਵਾਲ ਹੈ ਜੋ ਕਿ ਉੱਚ ਜਾਤੀ ਦੇ ਹਿੰਦੂਆਂ ਦੇ ਇੱਛਾ ਤੋਂ ਪਛਤਾਵੇ ਦੀ ਸਪਿਰਿਟ ਪਰ ਨਿਰਭਰ ਰਹਿਣਾ ਚਾਹੀਦਾ ਹੈ। ਜਿੱਥੇ ਤੱਕ ਮੈਂ ਸਮਝਦਾ ਹਾਂ, ਇਸ ਕਥਨ ਦੇ ਅਰਥ ਇਹ ਹਨ ਕਿ ਅਛੂਤਾਂ ਨੂੰ ਆਪਣੇ ਆਪ ਕੁਝ ਨਹੀਂ ਕਰਨਾ ਚਾਹੀਦਾ। ਅਛੂਤਾਂ ਨੂੰ ਉੱਚ ਜਾਤੀਆਂ ਦੇ ਹਿੰਦੂਆਂ ਅੱਗੇ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਉਹ ਆਪਣੇ ਵਿੱਚ ਅਜਿਹੀ ਆਤਮਾ ਪੈਦਾ ਕਰਨ ਜੋ ਪਛਤਾਵਾ ਕਰਕੇ ਹਾਲਾਤ ਨੂੰ ਬਦਲਣ ਅਤੇ ਅਜਿਹਾ ਹੋਣ ਤੱਕ ਅਛੂਤਾਂ ਨੂੰ ਉਡੀਕ ਕਰਨੀ ਚਾਹੀਦੀ ਹੈ। ਮੇਰਾ ਖਿਆਲ ਹੈ ਕਿ ਮਹਾਤਮਾ ਗਾਂਧੀ ਜੀ ਦਾ ਕਥਨ ਇਤਨਾ ਸਿਆਣਪ ਭਰਿਆ ਹੈ ਜਿਸ ਤਰ੍ਹਾਂ ਕਿ ਉਸ ਆਦਮੀ ਦਾ ਹੁੰਦਾ ਹੈ ਜੋ ਕਿ ਕਿਸੇ ਸ਼ਹਿਰ ਦੇ ਲੋਕਾਂ ਨੂੰ ਜਿੱਥੇ ਕਿ ਪਲੇਗ ਪਈ ਹੋਈ ਹੋਵੇ ਇਹ ਮਸ਼ਵਰਾ ਦੇਵੇ ਕਿ ਲੋਕੋ ਸਬਰ ਕਰੋ ਤੇ ਸ਼ਹਿਰ ਖਾਲੀ ਨਾ ਕਰੋ ਜਦ ਤੱਕ ਕਿ ਮਿਊਨਿਸਪਲ ਕਮਿਸ਼ਨਰ ਆਪਣੀ ਗਫਲਤ ਪਰ ਪਛਤਾਵਾ ਕਰਕੇ ਪਲੇਗ ਦੀ ਬਿਮਾਰੀ ਰੋਕਣ ਦਾ ਕੋਈ ਉਪਾਅ ਨਾ ਕਰਨ। ਡਾਕਟਰ ਅੰਬੇਡਕਰ ਨੇ ਮਿਸਟਰ ਰਾਜ ਗੋਪਾਲ ਆਚਾਰੀਆ ਦੇ ਬਿਆਨ ਵਿੱਚ ਲਫ਼ਜ਼ ਸ਼ਰਾਰਤ ਭਰਿਆ ਦੀ ਸਖਤ ਨਿਖੇਧੀ ਕੀਤੀ ਹੈ ਤੇ ਪ੍ਰਗਟ ਕੀਤਾ ਹੈ ਕਿ ਚਿੱਠੀ ਪੱਤਰ ਦਾ ਡਾਕਟਰ ਮੂੰਜੇ ਦੀ ਆਗਿਆ ਬਿਨਾਂ ਪ੍ਰਕਾਸ਼ਿਤ ਕੀਤੇ ਜਾਣਾ ਸ਼ਰਾਰਤ ਹੈ। ਡਾਕਟਰ ਅੰਬੇਡਕਰ ਨੇ ਆਪਣਾ ਬਿਆਨ ਇਸ ਐਲਾਨ ਨਾਲ ਖਤਮ ਕੀਤਾ ਹੈ ਕਿ ਮੈਂ ਸਿੱਖ ਧਰਮ ਇਖਤਿਆਰ ਕਰਨ ਦਾ ਫੈਸਲਾ ਕਰ ਲਿਆ ਹੈ ਤੇ ਅਜਿਹਾ ਕਰਕੇ ਹਿੰਦੂ ਕੌਮ ਨੂੰ ਬਚਾਉਣਾ ਚਾਹੁੰਦਾ ਹਾਂ। ਇਹ ਕੌਮ ਖੁਦ ਦੇਖੂਗੀ ਕਿ ਹਿੰਦੂ ਕੌਮ ਦਾ ਦੋਸਤ ਮੈਂ ਹਾਂ ਜਾਂ ਮਹਾਤਮਾ ਗਾਂਧੀ। ਸ਼੍ਰੀ ਸ਼ੰਕਰ ਆਚਾਰੀਆ ਦਾ ਬਿਆਨ। ਸ਼੍ਰੀ ਸ਼ੰਕਰਾਚਾਰੀਆ ਡਾਕਟਰ ਕੁਰਤਕੋਟੀ MA PhD ਨੇ ਐਸੋਸੀਏਟਿਡ ਪ੍ਰੈਸ ਨੂੰ ਇਹ ਬਿਆਨ ਦਿੱਤਾ।
ਅਛੂਤਾਂ ਵਿੱਚ ਦੋ ਧੜੇ ਹਨ। ਇੱਕ ਉਹ ਜੋ ਆਪਣਾ ਮਜ਼ਹਬ ਤਬਦੀਲ ਕਰ ਦੇਣਾ ਚਾਹੁੰਦੇ ਹਨ, ਦੂਜੇ ਉਹ ਜਿਹੜੇ ਕਿ ਹਿੰਦੂ ਮਜ਼ਹਬ ਵਿੱਚ ਹੀ ਰਹਿਣਾ ਚਾਹੁੰਦੇ ਹਨ। ਅੰਬੇਦਕਰ ਮੂੰਜੇ ਦਾ ਅਸੂਲ ਇਹਨਾਂ ਦੋਨਾਂ ਧੜਿਆਂ ਲਈ ਇੱਕੋ ਜਿਹਾ ਮੰਨਣਯੋਗ ਹੈ, ਕਿਉਂਕਿ ਇਹਦੇ ਵਿੱਚ ਸਾਰੇ ਅਛੂਤਾਂ ਨੂੰ ਸਿੱਖ ਧਰਮ ਧਾਰਨ ਲਈ ਕਿਹਾ ਗਿਆ। ਇਸ ਵਾਸਤੇ ਮੈਂ ਸੱਚੇ ਦਿਲੋਂ ਸਿਫਾਰਿਸ਼ ਕਰਦਾ ਹਾਂ ਕਿ ਇਸ ਅਸੂਲ ਨੂੰ ਮੰਨ ਲਿਆ ਜਾਵੇ। ਮੈਂ ਹਮੇਸ਼ਾ ਹੀ ਅੰਬੇਦਕਰ ਤੇ ਉਹਦੇ ਸਾਥੀਆਂ ਦੇ ਸਿੱਖ ਧਰਮ ਧਾਰਨ ਕਰ ਲੈਣ ਦੇ ਖਿਆਲ ਦੀ ਪੁਸ਼ਟੀ ਕੀਤੀ ਹੈ ਅਤੇ ਹਫ਼ਤੇਵਾਰ ਅਖਬਾਰ ਹਿੰਦੂ ਹੈਰਲਡ 30 ਜੁਲਾਈ ਜੋ ਮੇਰੀ ਨਿਗਰਾਨੀ ਵਿੱਚ ਛਪਦਾ ਹੈ, ਆਪਣੇ ਖਿਆਲ ਬੜੇ ਖੋਲ ਕੇ ਵੇਰਵੇ ਨਾਲ ਸਾਫ਼ ਤੇ ਸਪਸ਼ਟ ਅੱਖਰਾਂ ਵਿੱਚ ਪ੍ਰਗਟ ਕਰ ਦਿੱਤੇ ਹਨ। ਮੈਂ ਮਿਸਟਰ ਰਾਜਾ ਦੇ ਖਿਆਲਾਂ ਦੇ ਉਲਟ ਨਾਰਾਜ਼ਗੀ ਤੇ ਨਾਪਸੰਦੀ ਪ੍ਰਗਟ ਕਰਦਾ ਹਾਂ। ਮੈਂ ਇਸ ਵਿਸ਼ੇ ਤੇ ਹਿੰਦੂ ਹੈਰਲਡ ਦੇ ਵਾਸਤੇ ਇੱਕ ਮਜ਼ਮੂਨ ਵੀ ਲਿਖਿਆ ਹੈ। ਨੋਟ: ਇਹ ਰਿਪੋਰਟ 27 ਅਗਸਤ 1936 ਵਾਲੇ ਸਪਤਾਹਕ ਅਖਬਾਰ ਵਿੱਚ ਛਪੀ ਹੈ। 24 ਜੁਲਾਈ 1936 ਦ ਟਾਈਮਜ਼ ਆਫ ਇੰਡੀਆ। ਕਾਂਗਰਸ ਪਾਰਟੀ ਦਾ ਨਾਪਿਆ ਤੋਲਿਆ ਸਟੰਟ ਹੈ। ਮੈਨੂੰ ਤੇ ਮੇਰੀ ਪਾਰਟੀ ਨੂੰ ਆ ਰਹੀਆਂ ਚੋਣਾਂ ਕਾਰਨ ਡਰਾ ਰਹੀ ਹੈ। ਧਰਮ ਬਦਲੀ ਦੀ ਘਟਨਾ ਨਾਲ ਅਛੂਤਾਂ ਦੇ ਹੱਕਾਂ ਤੇ ਅਸਰ ਨਹੀਂ ਹੁੰਦਾ। ਡਾਕਟਰ ਅੰਬੇਡਕਰ। ਹਵਾਲਾ ਸੋਰਸ ਮਟੀਰੀਅਲ ਵੋਲਿਊਮ 1 ਪੇਜ ਨੰਬਰ 142 143। 26 ਜੁਲਾਈ 1936 ਮਹਾਤਮਾ ਗਾਂਧੀ ਨੇ ਮਿਸਟਰ ਰਾਓ ਬਹਾਦਰ MC ਰਾਜਾ ਨੂੰ ਇੱਕ ਚਿੱਠੀ ਵਿੱਚ ਲਿਖਿਆ, ਜਿਸ ਵਿੱਚ ਗਾਂਧੀ ਜੀ ਲਿਖਦੇ ਹਨ ਕਿ ਛੂਆ-ਛਾਤ ਬਾਰੇ ਮੈਂ ਖੁਸ਼ ਹਾਂ ਕਿ ਤੁਸੀਂ ਲਗਭਗ ਉਹੀ ਦ੍ਰਿਸ਼ਟੀਕੋਣ ਅਪਣਾਇਆ ਹੈ ਜੋ ਮੇਰਾ ਹੈ। ਗਾਂਧੀ ਜੀ ਨੇ ਇਹ ਵੀ ਲਿਖਿਆ ਹੈ ਕਿ ਮੈਂ ਤੁਹਾਡੇ ਨਾਲ ਸਹਿਮਤ ਹਾਂ। ਹਵਾਲਾ ਸੋਰਸ ਮਟੀਰੀਅਲ ਵੋਲਿਊਮ 1 ਪੇਜ ਨੰਬਰ 147/169। 30 ਜੁਲਾਈ 1936 ਉਪਰੋਕਤ ਫਾਰਮੂਲੇ ਤੇ ਬਿਆਨ ਦੀ ਨਕਲ ਮਿਸਟਰ ਰਾਓ ਬਹਾਦਰ MC ਰਾਜਾ ਨੇ ਇੱਕ ਚਿੱਠੀ ਰਾਹੀਂ ਪੰਡਿਤ ਮਦਨ ਮੋਹਨ ਮਾਲਵੀਆ ਨੂੰ ਵੀ ਭੇਜ ਦਿੱਤੀ। ਮਾਲਵੀਆ ਨੇ ਮਿਤੀ 30/7/1936 ਨੂੰ ਇੱਕ ਟੈਲੀਗ੍ਰਾਮ ਰਾਹੀਂ MC ਰਾਜਾ ਦਾ ਧੰਨਵਾਦ ਕੀਤਾ। ਪੰਨਾ 150। ਸੋ ਅੱਜ ਅਸੀਂ ਇਹ ਭਾਗ ਪੰਨਾ ਨੰਬਰ 125 ਤੱਕ ਹੀ ਪੜ੍ਹਾਂਗੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।